ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਰਾਮ 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 ਜਾਪ ਰਮਤ ਨਾਮ ਸਹਾਈ। ਰਾਮ 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 ਜਾਪ ਰਮਤ ਰਾਮ ਸਹਾਈ। ਰਹਾਉ ਸੰਤਨ ਕੈ ਚਰਨ ਲਾਗੇ, ਕਾਮ ਕ੍ਰੋਧ ਲੋਭ ਤਿਆਗੇ। ਗੁਰ ਗੋਪਾਲ ਭੈ ਕਿਰਪਾਲ, ਲਬਦ ਆਪਣੀ ਪਾਈ। ਬਿਨਸੇ ਭ੍ਰਮ ਮੋਹ ਅੰਧ, ਟੂਟੇ ਮਾਇਆ ਕੇ ਬੰਧ। ਪੂਰਨ ਸਰਬਤਰ ਠਾਕੁਰ, ਨਹਿ ਕੋ ਬੈਰਾਈ। ਸੁਆਮੀ ਸੋ ਪ੍ਰਸੰਨ ਭਏ, ਜਨਮ ਮਰਨ ਦੋਖ ਗਏ। ਸੰਤਨ ਕੈ ਚਰਨ ਲਾਗ, ਨਾਨਕ ਗੁਣ ਗਾਈ। ਬਿਨਸੇ ਭ੍ਰਮ ਮੋਹ ਅੰਧ, ਟੂਟੇ ਮਾਇਆ ਕੇ ਬੰਧ। ਪੂਰਨ ਸਰਬਤਰ ਠਾਕੁਰ, ਨਹਿ ਕੋ ਬੈਰਾਈ। ਸੁਆਮੀ ਸੋ ਪ੍ਰਸੰਨ ਭਏ, ਜਨਮ ਮਰਨ ਦੋਖ ਗਏ। ਸੰਤਨ ਕੈ ਚਰਨ ਲਾਗ, ਨਾਨਕ ਗੁਣ ਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਦਾਹਰਾ ਜਹੂਰ ਅਤੇ ਹਾਜ਼ਰਾ ਹਜੂਰ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੀ ਪਵਿੱਤਰ ਹਜ਼ੂਰੀ ਵਿਖੇ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਜੋ ਆਪ ਜੀ ਹਰ ਰੋਜ਼ ਵਿਚਾਰ ਸਰਵਣ ਕਰਦੇ ਹੋ, ਉਹਦੇ ਨਾਲ ਸੰਬੰਧਿਤ ਸਤਿਗੁਰੂ ਜੀ ਦੇ ਇਹ ਪਾਵਨ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਇਹ ਪਾਵਨ ਮੁਖ ਵਾਕ ਗੁਰੂ ਅਰਜਨ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਸਤਿਗੁਰੂ ਜੀ ਸਾਨੂੰ ਜੀਵਾਂ ਨੂੰ ਇਸ ਮੁਖ ਵਾਕ ਦੇ ਰਾਹੀਂ ਉਸ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੋੜ ਰਹੇ ਨੇ। ਪਰਮਾਤਮਾ ਨੇ ਜੋ ਜ਼ਿੰਦਗੀ ਦਿੱਤੀ ਹੈ, ਜ਼ਿੰਦਗੀ ਦਾ ਕੋਈ ਮਕਸਦ ਹੈ। ਅਸੀਂ ਇਸ ਜ਼ਿੰਦਗੀ 'ਚ ਕੁਝ ਕਰਨ ਦੇ ਲਈ ਆਏ ਹਾਂ। ਹਰ ਮਨੁੱਖ ਦੇ ਅੰਦਰ ਉੱਚੇ ਉੱਠਣ ਦੀ ਤਾਂਘ ਹੈ, ਅੱਗੇ ਵਧਣ ਦੀ ਅਭਿਲਾਖਾ ਹੈ। ਹਰ ਕੋਈ ਮਨੁੱਖ ਆਪਣੇ ਆਪਣੇ ਤਰੀਕੇ ਨਾਲ ਅੱਗੇ ਵਧਣਾ ਚਾਹੁੰਦਾ ਹੈ। ਮਨੁੱਖ ਦੇ ਅੰਦਰ ਪਰਮਾਤਮਾ ਨੇ ਇੱਕ ਭੁੱਖ ਰੱਖੀ ਹੈ, ਉਹ ਹੈ ਜ਼ਿੰਦਗੀ ਦੇ ਅੰਦਰ ਪੂਰਨ ਬਣਨ ਦੀ, ਉੱਚਿਆਂ ਉੱਠਣ ਦੀ, ਮਹਾਨ ਬਣਨ ਦੀ। ਭਾਵੇਂ ਕਈ ਯਤਨ ਮਨੁੱਖ ਕਰਦਾ ਹੈ, ਕੋਈ ਦੁਨਿਆਵੀ ਧਨ ਦੌਲਤ ਨੂੰ ਇਕੱਤਰ ਕਰਕੇ ਸੋਚਦਾ ਕਿ ਇਹਦੇ ਨਾਲ ਮੇਰਾ ਮਨ ਸੰਤੁਸ਼ਟ ਹੋ ਜਾਏਗਾ, ਮਨ ਖੁਸ਼ ਹੋ ਜਾਏਗਾ। ਪਰ ਧਨ ਦੌਲਤ ਆਉਂਦੇ ਮਨ ਦੀ ਭਟਕਣਾ ਹੋਰ ਵੱਧ ਜਾਂਦੀ ਹੈ। ਕੋਈ ਰਾਜ ਗੱਦੀਆਂ ਨੂੰ ਪ੍ਰਾਪਤ ਕਰਕੇ ਸੋਚਦਾ ਕਿ ਇਹ ਕੁਝ ਮਿਲ ਕੇ ਮੈਂ ਬੜਾ ਖੁਸ਼ ਹੋ ਜਾਵਾਂਗਾ। ਰਾਜ ਗੱਦੀਆਂ ਤੋਂ ਬਾਅਦ ਵੀ ਮਨ ਦੇ ਅੰਦਰ ਵੈਕੂਮ ਵੱਧਦਾ ਚਲਿਆ ਜਾਂਦਾ ਹੈ। ਕੋਈ ਜਪ ਤਪ ਕਰਕੇ, ਅਨੇਕ ਤਰ੍ਹਾਂ ਦੇ ਧਾਰਮਿਕ ਕਰਮ ਕਰਕੇ ਸੋਚਦਾ ਕਿ ਮਨ ਜਿਹੜਾ ਹੈ ਨਾ ਉਹ ਪ੍ਰਸੰਨ ਹੋ ਜਾਏਗਾ। ਪਰ ਸਭ ਕੁਝ ਕਰਦਿਆਂ ਵੀ ਮਨ ਦੇ ਅੰਦਰ ਹੋਰ ਇੱਕ ਖਲਾਅ ਜਿਹਾ ਪੈਦਾ ਹੁੰਦਾ ਜਾਂਦਾ ਹੈ। ਉਹ ਖਲਾਅ ਜਿਹੜਾ ਹੈ ਉਹ ਤਾਂ ਪੂਰਾ ਹੋਏਗਾ ਜਦੋਂ ਇਹ ਮਨ ਆਪਣੇ ਅਸਲੀ ਰੂਪ ਨਾਲ ਜੁੜੇਗਾ, ਉਸ ਪਰਮਾਤਮਾ ਦੇ ਪਿਆਰ ਵਿੱਚ ਜੁੜੇਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਦੇ ਮੁਖ ਵਾਕ ਰਾਹੀਂ ਕਹਿ ਰਹੇ, ਭਾਈ
ਤੂੰ ਜੇ ਜ਼ਿੰਦਗੀ ਦੇ ਆਪਣੇ ਉਸ ਮਕਸਦ ਨੂੰ, ਮਨੋਰਥ ਨੂੰ ਪ੍ਰਾਪਤ ਕਰਨਾ ਚਾਹੁੰਦਾ ਜਿਸ ਦੇ ਲਈ ਤੂੰ ਇਸ ਧਰਤੀ ਤੇ ਆਏ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਹੈ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਜਲ ਨਿਧ ਦਾ ਅਰਥ ਹੁੰਦਾ ਹੈ ਅੰਮ੍ਰਿਤ ਦਾ ਖਜ਼ਾਨਾ। ਭਾਈ ਤੂੰ ਕਿਸੇ ਅੰਮ੍ਰਿਤ ਨੂੰ ਪ੍ਰਾਪਤ ਕਰਨ ਲਈ ਆਏ ਹੈ। ਉਹ ਅੰਮ੍ਰਿਤ ਜਿਹੜਾ ਹੈ ਨਾ, ਉਹ ਗੁਰੂ ਰਾਹੀਂ ਮਿਲਣਾ ਹੈ। ਉਹ ਕਿਸੇ ਚਤਰਾਈ ਰਾਹੀਂ, ਸਿਆਣਪ ਰਾਹੀਂ, ਚਲਾਕੀ ਰਾਹੀਂ ਨਹੀਂ। ਛੋਡੋ ਵੇਸ ਭੇਖ ਇਹ ਨੇ ਨਾਹੀ ਦੁਬਦਾ, ਇਹ ਫਲ ਨਾਹੀ ਜੀਓ। ਸਤਿਗੁਰੂ ਜੀ ਕਹਿੰਦੇ ਬਾਹਰਲੇ ਜਿਤਨੇ ਸਾਧਨ ਨੇ ਉਹ ਤਿਆਗ ਦੇ। ਦੁਬਦਾ ਚਰਿਆ ਸੰਸਾਰ ਨਾਲ ਵੀ ਜੁੜੇ ਰਹੀਏ, ਜਾਂ ਆਪਾਂ ਇਵੇਂ ਕਹੀਏ ਲੋਕਾਂ ਨੂੰ ਖੁਸ਼ ਵੀ ਕਰੀਏ ਫਿਰ ਰੱਬ ਖੁਸ਼ ਹੋ ਜਾਏ, ਇਹ ਦੁਬਦਾ ਚ ਪਰਮਾਤਮਾ ਨਹੀਂ ਮਿਲਣਾ। ਸਤਿਗੁਰੂ ਗੁਰੂ ਅਮਰਦਾਸ ਜੀ ਦੇ ਪਵਿੱਤਰ ਬਚਨ ਆਨੰਦ ਸਾਹਿਬ ਜੀ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ ਕਿ ਸੁਰ ਨਰ ਮਨੁ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜਿਸ ਆਤਮਿਕ ਸੰਤੁਸ਼ਟੀ ਨੂੰ, ਜਿਸ ਮਨ ਦੀ ਤਸੱਲੀ ਨੂੰ ਵੱਡੇ ਵੱਡੇ ਦੇਵਤੇ, ਵੱਡੇ ਵੱਡੇ ਤਪਸਵੀ ਲੋਚਦੇ ਨੇ, ਜੰਗਲਾਂ 'ਚ ਬੈਠੇ ਨੇ ਕਿ ਉੱਥੋਂ ਸਾਨੂੰ ਕੋ ਅੰਮ੍ਰਿਤ ਮਿਲ ਜੇ। ਅੰਮ੍ਰਿਤ ਦਾ ਅਰਥ ਹੈ ਕਿ ਉਹ ਵਸਤੂ ਜਿਹਦੇ ਪ੍ਰਾਪਤ ਹੋਣ ਦੇ ਨਾਲ ਸਾਡਾ ਮਨ ਸੰਤੁਸ਼ਟ ਹੋ ਜਾਏ, ਮਨ ਰੱਜ ਜਾਏ, ਮਨ ਦੀਆਂ ਭੁੱਖਾਂ, ਮਨ ਦੇ ਡਰ, ਮਨ ਦੀਆਂ ਚਿੰਤਾਵਾਂ ਮੁੱਕ ਜਾਣ। ਜਿਸ ਵਸਤੂ ਨੂੰ ਉਹ ਭਾਲਦੇ ਨੇ, ਸਤਿਗੁਰੂ ਜੀ ਕਹਿੰਦੇ ਉਹ ਤੇ ਸਾਨੂੰ ਗੁਰੂ ਨੇ ਦੇ ਦਿੱਤੀ ਹੈ। ਉਹ ਪ੍ਰਾਪਤ ਕਰਨ ਦਾ ਤਰੀਕਾ ਕੀ ਹੈ? ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜਨ ਸਭ ਤੁਧ ਪਾਏ, ਵੇਖ ਪ੍ਰਸਨ ਹੈ। ਲੱਭ ਲੋਭ ਅਹੰਕਾਰ ਚੂਕਾ, ਸਤਿਗੁਰ ਭਲਾ ਪਾਇਆ। ਉਹ ਦਾਤ ਸਾਨੂੰ ਗੁਰੂ ਪਾਸੋਂ ਮਿਲੀ। ਗੁਰੂ ਨੇ ਸਾਨੂੰ ਇੱਕ ਪਰਮਾਤਮਾ ਦੇ ਪਿਆਰ ਵਿੱਚ ਜੋੜਿਆ। ਜਿਉਂ-ਜਿਉਂ ਪਰਮਾਤਮਾ ਦੇ ਸਿਮਰਨ ਵਿੱਚ ਜੁੜੇ, ਜਿਉਂ-ਜਿਉਂ ਵਾਹਿਗੁਰੂ ਜੀ ਦੀ ਭਾਵ ਭਗਤੀ ਵਿੱਚ ਜੁੜੇ, ਕਿਉਂਕਿ ਸਾਡੇ ਅੰਦਰੋਂ ਲੱਭ ਲੋਭ ਅਹੰਕਾਰ ਚੂਕਾ, ਸਾਡੇ ਅੰਦਰੋਂ ਲੋਭ ਮਿਟਣਾ ਸ਼ੁਰੂ ਹੋ ਗਿਆ, ਅਹੰਕਾਰ ਮਿਟਣਾ ਸ਼ੁਰੂ ਹੋ ਗਿਆ, ਈਰਖਾ ਮਿਟਣੀ ਸ਼ੁਰੂ ਹੋ ਗਈ, ਸਾਡੇ ਅੰਦਰੋਂ ਦੁਬਦਾ ਮਿਟਣੀ ਸ਼ੁਰੂ ਹੋ ਗਈ। ਸਾਡੇ ਅਧੂਰੇ ਪਰਨ ਦਾ ਕਾਰਨ ਸਾਡੇ ਔਗਣ ਨੇ। ਜਿੰਨੇ ਸਾਡੇ ਅੰਦਰ ਔਗਣ ਨੇ ਉਹ ਸਾਡੀ ਜ਼ਿੰਦਗੀ ਅੰਦਰ ਪਰੇਸ਼ਾਨੀਆਂ ਦਾ ਕਾਰਨ ਨੇ। ਤੇ ਜਿਉਂ-ਜਿਉਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜੇ, ਔਗਣ ਮਿਟਦੇ ਗਏ, ਅੰਦਰੋਂ ਗੁਣਵਾਨ ਬਣਦੇ ਗਏ। ਸਾਹਿਬ ਜੀ ਕਹਿੰਦੇ ਤਿਉਂ-ਤਿਉਂ ਅਸੀਂ ਉਸ ਜ਼ਿੰਦਗੀ ਦੇ ਮਕਸਦ ਨੂੰ, ਜਿਹਨੂੰ ਪ੍ਰਾਪਤ ਕਰਨ ਲਈ ਆਏ ਸੀ, ਜਿਹਨੂੰ ਵੱਡੇ ਵੱਡੇ ਦੇਵਤੇ ਵੀ ਤਰਸਦੇ ਨੇ ਪ੍ਰਾਪਤ ਕਰਨ ਦੇ ਲਈ, ਉਹ ਸਾਨੂੰ ਜ਼ਿੰਦਗੀ 'ਚ ਮਿਲ ਗਿਆ। ਉਹ ਮਿਲਣ ਦਾ ਇੱਕੋ ਇੱਕ ਸਾਧਨ ਸਤਿਗੁਰੂ ਜੀ ਨੇ ਦੱਸਿਆ, ਪਰਮਾਤਮਾ ਦਾ ਸਿਮਰਨ, ਵਾਹਿਗੁਰੂ ਜੀ ਦਾ ਪਿਆਰ। ਵਾਹਿਗੁਰੂ ਜੀ ਦੇ ਸਿਮਰਨ ਵਿੱਚ ਜੁੜ ਕੇ ਕੀ ਸੁੱਖ ਮਿਲਦਾ ਹੈ। ਵਾਹਿਗੁਰੂ ਜੀ ਦੇ ਸਿਮਰਨ ਜੁੜ ਕੇ ਮਨੁੱਖ ਕਿੰਨਾ ਮਹਾਨ ਬਣ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ, ਜਿੱਥੇ ਬੇਅੰਤ ਥਾਵਾਂ ਤੇ ਸਿਮਰਨ ਦੀਆਂ ਬਰਕਤਾਂ ਸਤਿਗੁਰੂ ਜੀ ਨੇ ਵਰਣਨ ਕੀਤੀਆਂ ਨੇ, ਅੱਜ ਦੇ ਇਸ ਪਵਿੱਤਰ ਮੁਖਵਾਕ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਦੇ ਸਿਮਰਨ ਨੂੰ ਜੁੜਨ ਦੀ ਗੱਲ ਕਰਦੇ ਹਾਂ। ਜੋ ਰਹਿਮਤ, ਜੋ ਬਖਸ਼ਿਸ਼ ਸਾਡੇ ਤੇ ਕਰ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਹਾਂ, ਮਨ ਬਿਰਤੀਆਂ ਨੂੰ ਟਿਕਾਉਣ ਹਿੱਤ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਰਾਮ 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 ਜਾਪ ਰਮਤ ਰਾਮ ਸਹਾਈ। ਸਤਿਗੁਰੂ ਜੀ ਦੇ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1229 ਅਤੇ 30 ਤੇ ਅੰਕਿਤ ਹਨ। ਸਾਹਿਬ ਕਹਿੰਦੇ ਰਾਮ 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 ਜਾਪ। ਉਹ ਭਾਈ ਹਰ ਵੇਲੇ ਉਸ ਰਾਮ ਪ੍ਰਭੂ ਦਾ ਸਿਮਰਨ ਕਰਿਆ ਕਰ। ਰਾਮ ਦਾ ਅਰਥ ਹੈ ਰਮਿਆ ਹੋਇਆ, ਸਰਬ ਵਿਆਪਕ, ਜੋ ਸਾਰੇ ਥਾਵਾਂ ਤੇ ਬੈਠਾ ਹੋਇਆ। ਪਰਮਾਤਮਾ ਦੇ ਬੇਅੰਤ ਨਾਮ ਸੰਸਾਰੀ ਜੀਵਾਂ ਨੇ ਰੱਖੇ ਨੇ। ਜਿੱਦਾਂ ਦਾ ਕੋਈ ਗੁਣ ਪਰਮਾਤਮਾ ਦਾ ਕਿਸੇ ਨੂੰ ਸਮਝ ਆਇਆ, ਉਹੀ ਉਹਦਾ ਨਾਮ ਰੱਖ ਦਿੱਤਾ। ਜਿਨ੍ਹਾਂ ਨੇ ਇਹ ਦੇਖਿਆ ਕਿ ਪਰਮਾਤਮਾ ਤੇ ਧਰਤੀ ਦੇ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ, ਉਹ ਕਹਿੰਦੇ ਉਹ ਗੋਪਾਲ ਹੈ। ਕਿਸੇ ਨੇ ਕਿਹਾ ਸਾਰੇ ਜੀਵਾਂ ਦੀ ਰੱਖਿਆ ਉਹ ਕਰਦਾ ਹੈ, ਉਹ ਗੋਬਿੰਦ ਹੈ। ਕਿਸੇ ਨੇ ਕਿਹਾ ਉਹ ਸਾਰਿਆਂ ਤੋਂ ਵੱਡਾ ਹੈ, ਪਰਮੇਸ਼ਵਰ ਹੈ, ਪਾਰ ਬ੍ਰਹਮ ਹੈ, ਈਸ਼ਵਰ ਹੈ। ਇਹ ਵਾਹਿਗੁਰੂ ਜੀ ਦੇ ਕਰਮ ਨਾਮ ਨੇ। ਕਿਸੇ ਨੇ ਕਿਹਾ ਕਿ ਪ੍ਰਮਾਤਮਾ ਬੜਾ ਹੀ ਰਹਿਮ ਦਿਲ ਹੈ, ਉਹਨੇ ਰਹੀਮ ਕਹਿਤਾ, ਕਿਸੇ ਨੇ ਕਰੀਮ ਕਹਿਤਾ।
ਕਿਸੇ ਨੇ ਕਿਹਾ ਕਿ ਪ੍ਰਮਾਤਮਾ ਤੇ ਸਾਰੇ ਥਾਵਾਂ ਤੇ ਰਮਿਆ ਹੋਇਆ, ਉਹਨੇ ਰਾਮ ਕਹਿਤਾ। ਰਾਮ ਪ੍ਰਮਾਤਮਾ ਲਈ ਇਸ ਕਰਕੇ ਵਰਤਿਆ ਗਿਆ ਕਿ ਪ੍ਰਮਾਤਮਾ ਰਮਿਆ ਹੋਇਆ ਸਾਰੇ ਥਾਵਾਂ ਤੇ। ਜਲ ਥਲ ਮਈਲ ਪੂਰਿਆ ਸੁਆਮੀ ਸਿਰਜਣਹਾਰ, ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਹਰ ਹਿਰਦੇ ਵਿੱਚ, ਜਲ ਵਿੱਚ, ਥਲ ਵਿੱਚ, ਸਰਬ ਥਾਵਾਂ ਤੇ ਪ੍ਰਮਾਤਮਾ ਦੀ ਜੋਤ ਪਸਰੀ ਹੋਈ ਹੈ। ਇਹ ਗੁਰੂ ਬਾਬਾ ਜੀ ਕਹਿੰਦੇ ਉਹ ਪ੍ਰਮਾਤਮਾ ਜਿਹੜਾ ਸਾਰੇ ਥਾਵਾਂ ਤੇ ਹਰ ਵੇਲੇ ਰਮਿਆ ਹੋਇਆ। 3 ਵੇਰਾ ਸਤਿਗੁਰੂ ਜੀ ਨੇ ਰਾਮ 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 ਸ਼ਬਦ ਵਰਤੇ ਹੈ। ਉਹ ਪ੍ਰਮਾਤਮਾ ਜਿਹੜਾ ਹਰ ਵੇਲੇ, ਪਹਿਲਾਂ ਭੂਤ ਕਾਲ ਦੇ ਵਿੱਚ ਵੀ, ਹੁਣ ਵੀ, ਤੇ ਆਉਣ ਵਾਲੇ ਸਮੇਂ ਭਵਿੱਖਤ ਵਿੱਚ ਵੀ, ਉਹ ਵਾਹਿਗੁਰੂ ਜੀ ਇਵੇਂ ਹੀ ਰਮਿਆ ਰਹਿਣਾ। ਇਸ ਕਰਕੇ ਸਤਿਗੁਰੂ ਜੀ ਨੇ 3 ਵਾਰਾਂ ਉਹ ਵਾਹਿਗੁਰੂ ਜੀ ਦੇ ਇਸ ਨਾਮ ਦਾ ਜ਼ਿਕਰ ਕੀਤਾ, ਰਾਮ ਰਾਮ ਰਾਮ। ਉਹ ਪ੍ਰਮਾਤਮਾ ਜਿਹੜਾ ਪਹਿਲਾਂ ਵੀ, ਹੁਣ ਵੀ, ਤੇ ਹਰ ਵੇਲੇ ਸਰਬ ਵਿਆਪਕ ਹੈ, ਉਹਦਾ ਹਰ ਵੇਲੇ ਭਾਈ ਸਿਮਰਨ ਕਰਿਆ ਕਰ, ਉਹਨੂੰ ਚੇਤੇ ਰੱਖਿਆ ਕਰ। ਜੇ ਵਾਹਿਗੁਰੂ ਜੀ ਨੂੰ ਚੇਤੇ ਰੱਖਾਂਗੇ, ਰਮਤ ਰਾਮ ਸਹਾਈ, ਵਾਹਿਗੁਰੂ ਤੇਰਾ ਮਦਦਗਾਰ ਬਣੇਗਾ। ਅਸੀਂ ਦੁਨਿਆਵੀ ਤੌਰ ਤੇ ਕਿਸੇ ਨਾ ਕਿਸੇ ਚੀਜ਼ ਨਾਲ ਜੁੜੇ ਹਾਂ। ਕੋਈ ਪਰਿਵਾਰ ਨਾਲ ਹੈ, ਕੋਈ ਕਾਰੋਬਾਰ ਦੇ ਨਾਲ ਹੈ, ਕੋਈ ਰੁਤਬੇ ਨਾਲ ਹੈ, ਅਨੇਕ ਤਰ੍ਹਾਂ ਦੀ ਹੋਰ ਵਸਤੂਆਂ ਦੇ ਨਾਲ ਸਾਡਾ ਲਗਾਓ ਹੁੰਦਾ ਹੈ। ਪਰ ਇਹਨਾਂ ਵਿੱਚੋਂ ਕੋਈ ਵੀ ਸਾਡੀ ਹਮੇਸ਼ਾ ਮਦਦਗਾਰ ਨਹੀਂ ਹੈ। ਪਰਿਵਾਰ ਵੀ ਮਨੁੱਖ ਦੇ ਨਾਲ ਹਮੇਸ਼ਾ ਨਹੀਂ ਰਹਿੰਦਾ। ਇਹ ਦੁਨਿਆਵੀ ਰੁਤਬੇ ਵੀ ਮਨੁੱਖ ਦਾ ਸਾਥ ਹਮੇਸ਼ਾ ਨਹੀਂ ਦਿੰਦੇ, ਇਹ ਤੇ ਜਿਉਂਦੇ ਜੀ ਛੱਡ ਜਾਂਦੇ ਨੇ। ਦੇਖਦੇ ਹੀ ਆ ਜਿਹੜੇ ਕੱਲ ਰੁਤਬੇ ਤੇ ਹੁੰਦੇ ਨੇ, ਅੱਜ ਉਹ ਖਾਲੀ ਹੋ ਕੇ ਬਹਿ ਜਾਂਦੇ ਨੇ। ਇਹ ਧਨ ਦੌਲਤ ਵੀ ਮਨੁੱਖ ਦੇ ਨਾਲ ਹਰ ਵੇਲੇ ਨਹੀਂ ਨਿਭਦਾ। ਹਰ ਵੇਲੇ ਸਾਥ ਦੇਣ ਵਾਲਾ ਹੈ ਪਰਮਾਤਮਾ ਦਾ ਨਾਮ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਥਾਂ ਥਾਂ ਤੇ ਸਾਨੂੰ ਸਮਝਾਇਆ, ਐਸੋ ਸਹਾਈ ਹਰ ਕੋ ਨਾਮ। ਇਹੋ ਜਿਹਾ ਮਦਦਗਾਰ ਹੈ ਪਰਮਾਤਮਾ ਦਾ ਨਾਮ। ਇਹੋ ਜਿਹਾ ਜੈਸੇ ਬੂਢਤ ਕਉ ਜੈਸੇ ਬੇੜੀ ਮਿਲਤ, ਬੂਝਤ ਦਿਵਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖ ਹੈ ਕੀਰ। ਜਿਵੇਂ ਡੁੱਬਦੇ ਲਈ ਬੇੜੀ ਹੁੰਦੀ ਹੈ, ਬੰਦਾ ਡੁੱਬ ਰਿਹਾ ਪਾਣੀ 'ਚ, ਅਚਨਚੇਤ ਉਹਨੂੰ ਬੇੜੀ ਮਿਲ ਜਾਏ, ਬੇੜੀ ਨੂੰ ਹੱਥ ਪੈ ਜਾਏ, ਉਹ ਡੁੱਬਦਾ ਡੁੱਬਦਾ ਬਚ ਜਾਂਦਾ ਹੈ। ਕੋਈ ਦੀਵਾ ਬੁੱਝ ਰਿਹਾ, ਉਹਦੇ 'ਚੋਂ ਤੇਲ ਮੁੱਕ ਗਿਆ, ਉਹਦੀ ਲਾਈਟ ਬਿਲਕੁਲ ਮੱਧਮ ਹੋਣੀ ਸ਼ੁਰੂ ਹੋ ਗਈ, ਉਹਦੇ ਵਿੱਚ ਤੇਲ ਪਾਤਾ, ਉਹ ਫਿਰ ਲਾਈਟ ਉੱਚੀ ਹੋ ਜਾਂਦੀ ਹੈ, ਜਗਮਗਾਉਣ ਲੱਗ ਪੈਂਦੀ ਹੈ। ਅੱਗ ਦੇ ਭਾਂਬੜ ਮੱਚ ਰਹੇ ਨੇ, ਉਹਨਾਂ 'ਤੇ ਪਾਣੀ ਪਾ ਦਿਓ, ਸ਼ਾਂਤ ਹੋ ਜਾਏਗੀ। ਬੱਚਾ ਰੋ ਰਿਹਾ ਹੈ, ਉਹਨੂੰ ਸਮਝਾਉਣ ਦਾ, ਮਨਾਉਣ ਦਾ, ਚੁੱਪ ਕਰਾਉਣ ਦਾ ਜਿੰਨਾ ਮਰਜ਼ੀ ਯਤਨ ਕਰੋ, ਉਹ ਨਹੀਂ ਚੁੱਪ ਕਰੇਗਾ। ਮਾਤਾ ਉਹਨੂੰ ਚੁੱਕ ਕੇ ਦੁੱਧ ਪਿਆਉਣ ਲੱਗ ਜਾਏ, ਬੱਚਾ ਝਟ ਚੁੱਪ ਕਰ ਜਾਂਦਾ। ਜੈਸੇ ਬਾਰਕ ਮੁਖ ਹੈ ਖੀਰ। ਦੁਨਿਆਵੀ ਤੌਰ ਤੇ ਅਸੀਂ ਦੁੱਖਾਂ ਦੇ ਵਿੱਚ, ਚਿੰਤਾਵਾਂ 'ਚ ਡੁੱਬਦੇ ਰਹਿੰਦੇ ਹਾਂ। ਸੰਸਾਰ ਇੱਕ ਸਮੁੰਦਰ ਹੈ, ਇਹਦੀਆਂ ਘੁੰਮਣ ਘੇਰੀਆਂ 'ਚ ਅਸੀਂ ਫਸੇ ਹੋਏ ਹਾਂ। ਇਹਦੇ ਵਿੱਚੋਂ ਨਿਕਲਣ ਦਾ ਕੋਈ ਰਸਤਾ ਨਹੀਂ ਹੈ। ਇਹਦੇ ਲਈ ਇੱਕੋ ਇੱਕ ਹੈ ਸਾਡੇ ਲਈ ਜਹਾਜ਼, ਉਹ ਹੈ ਵਾਹਿਗੁਰੂ ਜੀ ਦਾ ਨਾਮ। ਬੂਢਤ ਕਉ ਜੈਸੇ ਬੇੜੀ ਮਿਲਤ। ਡੁੱਬਦੇ ਬੰਦੇ ਨੂੰ ਜਿਵੇਂ ਬੇੜੀ ਮਿਲ ਜਾਂਦੀ ਹੈ, ਬੁਝਦੇ ਦੀਵੇ ਨੂੰ ਜਿਵੇਂ ਤੇਲ ਮਿਲ ਜਾਂਦਾ ਹੈ। ਸਾਡੀ ਜ਼ਿੰਦਗੀ ਦੇ ਅੰਦਰ ਆਸ ਮੱਧਮ ਪੈ ਜਾਏ, ਨਿਰਾਸ਼ ਹੋ ਜਾਈਏ, ਕੋਈ ਰਸਤਾ ਨਾ ਲੱਭੇ ਸਾਨੂੰ ਜ਼ਿੰਦਗੀ ਦੇ ਅੰਦਰ ਜੀਉਣ ਦਾ, ਦੁੱਖਾਂ ਤੋਂ ਮੁਕਤ ਹੋਣ ਦਾ। ਆਪਾਂ ਦੇਖਦੇ ਹੀ ਹਾਂ ਕਈ ਜ਼ਿੰਦਗੀ 'ਚ ਇੰਨੇ ਨਿਰਾਸ਼ ਹੋ ਜਾਂਦੇ ਨੇ, ਉਹ ਆਪਣੀ ਇਸ ਅਮੋਲਕ ਜ਼ਿੰਦਗੀ ਨੂੰ ਗਵਾ ਜਾਂਦੇ ਨੇ, ਬਿਰਥਾ ਕਰ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਸਮੇਂ ਤੇ ਬੰਦਾ ਬੜਾ ਨਿਰਾਸ਼ ਹੋਵੇ, ਜਿਵੇਂ ਬੁਝਦੇ ਦੀਵੇ 'ਚ ਤੇਲ ਪੈ ਜੇ, ਉਹ ਜਗਮਗਾਉਣ ਲੱਗ ਪੈਂਦਾ ਨਾ। ਕਿਤੇ ਇਹੋ ਜਿਹੇ ਸਮੇਂ ਤੇ ਮਨੁੱਖ ਪਰਮਾਤਮਾ ਦਾ ਆਸਰਾ ਲੈ ਲੇ, ਜ਼ਿੰਦਗੀ ਦੇ ਵਿੱਚ ਫਿਰ ਚਾਅ ਪੈਦਾ ਹੋ ਜਾਏਗਾ। ਬਲਦੀ ਅੰਗ ਦੇ ਭਾਬਣਾ ਤੇ ਜਿਵੇਂ ਪਾਣੀ ਪਾਉਂਦੇ ਆ, ਸਾਡੇ ਅੰਦਰ ਤ੍ਰਿਸ਼ਨਾ, ਸਾਡੇ ਅੰਦਰ ਈਰਖਾ ਦੀ ਅੱਗ ਦੇ ਭਾਂਬੜ ਮੱਚ ਰਹੇ ਨੇ। ਵਾਹਿਗੁਰੂ ਜੀ ਦਾ ਨਾਮ ਇਵੇਂ ਹੈ ਜਿਵੇਂ ਅੱਗ ਤੇ ਪਾਣੀ ਹੁੰਦਾ ਹੈ, ਸਾਡੇ ਅੰਦਰ ਸ਼ਾਂਤੀ ਤੇ ਸ਼ੀਤਲਤਾ ਪ੍ਰਦਾਨ ਕਰਦਾ ਹੈ। ਵਾਹਿਗੁਰੂ ਜੀ ਦਾ ਨਾਮ ਇਵੇਂ ਹੈ ਜਿਵੇਂ ਬੱਚੇ ਦੀ ਕਿਸੇ ਚੀਜ਼ ਨਾਲ ਭੁੱਖ ਨਹੀਂ ਨਾ ਦੂਰ ਹੁੰਦੀ। ਅਸੀਂ ਦੁਨੀਆ ਦੇ ਜਿੰਨੇ ਮਰਜ਼ੀ ਪਦਾਰਥ ਇਕੱਤਰ ਕਰ ਲਈਏ, ਰਾਜ ਗੱਦੀਆਂ ਵੀ ਸਾਨੂੰ ਮਿਲ ਜਾਣ, ਸਗਲੀ ਧਰਤੀ ਦੇ ਰਾਜੇ ਅਸੀਂ ਬਣ ਜਾਈਏ, ਅਨੇਕ ਤਰ੍ਹਾਂ ਦੇ ਮਨੋਰੰਜਨ ਦੇ ਸਾਧਨ ਸਾਡੇ ਕੋਲ ਆ ਜਾਣ, ਪਰ ਅਸੀਂ ਜ਼ਿੰਦਗੀ ਭਰ ਰੋਂਦੇ ਹੀ ਰਹਿਣੇ। ਸਾਡੀ ਜ਼ਿੰਦਗੀ 'ਚੋਂ ਰੋਣਾ ਨਹੀਂ ਮਿਟਣਾ। ਇਸ ਰੋਣੇ ਤੋਂ ਮੁਕਤ ਹੋਣ ਦਾ ਤਰੀਕਾ ਇੱਕੋ ਹੀ ਹੈ,
जैसे बारक मुख है खीर। जिवें बच्चा जिहड़ा ना रोणों हटदा नहीं है, उहनूं मां दुध पिया देवे झट चुप कर जांदा है। वाहिगुरू जी दा नाम साडे लई इवें जिवें बच्चे लई दुध हुंदा है। जैसे दानो चक्की दराहे, जैसे आंडो हिरदे माहे, गरण मुख नी सरप तरास, सूआ पिंजर नी खाए बिलास। जिवें चक्की दे विच पा के असीं दाणे पीने आ, ਜਿਹੜੇ ਦਾਣੇ ਕਿੱਲੀ ਦੇ ਨੇੜੇ ਨੇ ਉਹ ਬਚ ਜਾਂਦੇ, ਜਿਹੜੇ ਦੂਰ ਚਲੇ ਗਏ ਉਹ ਪਿਸ ਜਾਂਦੇ ਨੇ। ਅਸੀਂ ਜ਼ਿੰਦਗੀ ਦੇ ਅੰਦਰ ਪਰਮਾਤਮਾ ਨਾਲ ਸੁਰਤ ਜੋੜਾਂਗੇ ਤੇ ਜਿਵੇਂ ਦਾਣੇ ਨੇ ਕਿੱਲੀ ਨਾਲ ਜੁੜ ਕੇ ਬਚ ਜਾਂਦੇ, ਅਸੀਂ ਇਵੇਂ ਦੁੱਖਾਂ ਦੀ ਚੱਕੀ ਤੋਂ ਬਚ ਜਾਵਾਂਗੇ। ਬਿਲਕੁਲ ਇਸੇ ਤਰ੍ਹਾਂ ਜਿਵੇਂ ਮੁਰਗੀ ਦੇ ਪੇਟ 'ਚ ਆਂਡਾ ਹੈ ਨਾ, ਉਹਨੂੰ ਕੋਈ ਖਤਰਾ ਨਹੀਂ ਹੈ। ਜਦੋਂ ਆਂਡਾ ਬਾਹਰ ਆਇਆ ਉਹਨੂੰ 100 ਖਤਰੇ ਨੇ, ਲੇਕਿਨ ਜਿੰਨਾ ਚਿਰ ਅੰਦਰ ਹੈ ਉਹਨਾਂ ਚਿਰ ਕੋਈ ਖਤਰਾ ਨਹੀਂ ਹੈ। ਜਿੰਨਾ ਚਿਰ ਅਸੀਂ ਪਰਮਾਤਮਾ ਦੇ ਪਿਆਰ 'ਚ ਜੁੜੇ ਰਵਾਂਗੇ, ਗੁਰਬਾਣੀ ਕਹਿੰਦੀ ਤਾਤੀ ਵਾਓ ਨ ਲੱਗਈ, ਪਾਰ ਬ੍ਰਹਮ ਸਰਣਾਈ, ਚੌ ਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ। ਵਾਹਿਗੁਰੂ ਜੀ ਦੇ ਪਿਆਰ ਜੁੜੇ ਰਵਾਂਗੇ, ਦੁੱਖਾਂ ਦੀ ਤੱਤੀ ਵਾਓ ਸਾਡੇ ਨੇੜੇ ਨਹੀਂ ਆਏਗੀ, ਪੋ ਨਹੀਂ ਸਕੇਗੀ। ਇਸੇ ਤਰੀਕੇ ਦੇ ਨਾਲ ਗਰੜ ਮੁਖ ਦੀ ਸਰਪ ਤਰਾਸ, ਗਰੜ ਨੂੰ ਕਹਿੰਦੇ ਸੱਪਾਂ ਦਾ ਰਾਜਾ ਕਿਹਾ ਜਾਂਦਾ ਹੈ। ਜਿਹੜਾ ਬੰਦਾ ਗਰੜ ਦੀ ਸ਼ਰਨ ਚ ਆ ਜਾਏ, ਮੁਖ ਜਿਹਨੂੰ ਗਾਰੜੂ ਮੰਤਰ ਚੇਤੇ, ਉਹਨੂੰ ਸੱਪ ਦਾ ਕੋਈ ਡਰ ਨਹੀਂ ਰਹਿੰਦਾ। ਜਿਹਨੂੰ ਪਰਮਾਤਮਾ ਦਾ ਨਾਮ ਚੇਤੇ ਰਹੇ, ਉਹਨੂੰ ਇਹ ਦੁਨਿਆਵੀ ਦੁੱਖਾਂ ਦਾ ਕੋਈ ਡਰ ਨਹੀਂ ਹੈ। ਤੋਤਾ ਪਿੰਜਰੇ ਵਿੱਚ ਹੋਵੇ ਨਾ, ਉਹਨੂੰ ਕੋਈ ਖਤਰਾ ਨਹੀਂ ਹੈ। ਬਿਲਕੁਲ ਮਨੁੱਖ ਵਾਹਿਗੁਰੂ ਜੀ ਦੇ ਪਿਆਰ ਜੁੜਿਆ ਰਹੇ ਤੇ ਉਹਨੂੰ ਕੋਈ ਖਤਰਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਇਵੇਂ ਹੈ ਮਦਦਗਾਰ ਵਾਹਿਗੁਰੂ ਜੀ ਦਾ ਨਾਮ ਸਾਡੀ ਜ਼ਿੰਦਗੀ ਦੇ ਅੰਦਰ। ਰਾਮ 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 ਜਾਪ, ਰਮਤ ਰਾਮ ਸਹਾਈ। ਉਹ ਭਾਈ ਹਰ ਵੇਲੇ ਉਸ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਕਰ, ਰਾਮ ਦੇ ਨਾਮ ਨੂੰ ਜਪਿਆ ਕਰ। ਜੇ ਰਾਮ ਦੇ ਨਾਮ ਨੂੰ ਚੇਤੇ ਰੱਖੇਗਾ ਤੇ ਰਾਮ ਤੇਰਾ ਮਦਦਗਾਰ ਬਣੇਗਾ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਸੀ, ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਮਨ ਲੱਗਿਆ, ਕਿਸੇ ਨਾ ਦੇਈ ਬੰਨ। ਸਤਿਗੁਰੂ ਜੀ ਕਹਿੰਦੇ ਜੇ ਜੁੜਨਾ ਹੀ ਹੈ, ਚੇਤੇ ਕਰਨਾ ਹੀ ਹੈ। ਜੇਠ ਦਾ ਅਰਥ ਵੱਡਾ, ਉਹ ਜਿਹੜਾ ਹਰੀ ਹੈ, ਹਮੇਸ਼ਾ ਹਰਿਆ ਰਹਿਣ ਵਾਲਾ, ਹਰ ਥਾਂ ਤੇ, ਹਰ ਵੇਲੇ, ਹਰ ਕਿਸੇ ਦਾ ਜੋ ਮਦਦਗਾਰ ਹੈ। ਉਸ ਵੱਡੇ ਪਰਮਾਤਮਾ ਨਾਲ ਜੁੜੀਏ ਜਿਹਦੇ ਅੱਗੇ ਸਾਰੀ ਦੁਨੀਆ ਝੁਕ ਰਹੀ ਹੈ। ਉਹ ਵਾਹਿਗੁਰੂ ਜਿਹੜਾ ਸੱਜਣ ਹੈ, ਸਾਰਿਆਂ ਦਾ ਸੱਜਣ। ਦੁਨਿਆਵੀ ਤੌਰ ਤੇ ਕੋਈ ਕਿਸੇ ਦਾ ਸੱਜਣ ਨਹੀਂ ਹੈ। ਇਹ ਗੱਲ ਵੱਖਰੀ ਹੈ ਕਿ ਸੁੱਖਾਂ ਵੇਲੇ ਸਾਰੇ ਸੱਜਣ ਨੇ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰੈ, ਬਿਵਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਬਿਵਤਾ ਵੇਲੇ ਕੋਈ ਸੱਜਣ ਨਹੀਂ ਬਣਦਾ, ਇਹੋ ਜਿਹਾ ਸੱਜਣ ਤੇ ਇੱਕ ਵਾਹਿਗੁਰੂ ਹੈ। ਨਹੀਂ ਤੇ ਜਿੰਨੇ ਦੁਨਿਆਵੀ ਸੱਜਣ ਹੁੰਦੇ, ਜਦੋਂ ਬਿਵਤਾ ਆਉਂਦੀ ਹੈ ਉਦੋਂ ਹੀ ਛੱਡ ਕੇ ਚਲੇ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਹਰ ਸੱਜਣ, ਉਹ ਪਰਮਾਤਮਾ ਜਿਹੜਾ ਹੈ ਨਾ, ਉਹ ਹਰ ਦਾ ਸੱਜਣ ਹੈ, ਹਰ ਕਿਸੇ ਦਾ ਸੱਜਣ ਹੈ। ਜਦੋਂ ਉਹਦਾ ਪੱਲਾ ਅਸੀਂ ਪਕੜ ਲਵਾਂਗੇ, ਉਹਦੇ ਪੱਲੇ ਲੱਗ ਜਾਵਾਂਗੇ, ਕਿਸੇ ਨਾ ਦੇਈ ਬੰਨ। ਉਹ ਸਾਨੂੰ ਕਿਸੇ ਹੋਰ ਅੱਗੇ ਬੰਨ ਕੇ ਨਹੀਂ ਤੋਰੇਗਾ, ਸਾਡੀ ਉਹ ਸਦਾ ਰੱਖਿਆ ਕਰੇਗਾ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਰਾਮ 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 ਜਾਪ, ਰਮਤ ਰਾਮ ਸਹਾਈ। ਉਹ ਭਾਈ ਹਰ ਵੇਲੇ ਉਸ ਰਾਮ ਦਾ, ਪ੍ਰਭੂ ਦਾ ਸਿਮਰਨ ਕਰਿਆ ਕਰ। ਜੇ ਉਸ ਪਰਮਾਤਮਾ ਨੂੰ ਚੇਤੇ ਰੱਖੇਗਾ, ਉਹ ਪਰਮਾਤਮਾ ਤੇਰਾ ਮਦਦਗਾਰ ਬਣੇਗਾ, ਸਾਥੀ ਬਣੇਗਾ, ਤੇਰੇ ਨਾਲ ਰਹੇਗਾ। ਰਹਾਓ ਸੰਤਨ ਕੇ ਚਰਨ ਲਾਗੇ, ਕਾਮ ਕ੍ਰੋਧ ਲੋਭ ਤਿਆਗੇ, ਗੁਰ ਗੋਪਾਲ ਭੈ ਕਿਰਪਾਲ, ਲਵਦ ਆਪਣੀ ਪਾਈ। ਸਵਾਲ ਹੈ ਕਿ ਉਹ ਪਰਮਾਤਮਾ ਦੇ ਪਿਆਰ 'ਚ ਜੁੜਿਆ ਕਿਵੇਂ ਜਾਏ, ਉਹਨੂੰ ਚੇਤੇ ਕਿਵੇਂ ਰੱਖਿਆ ਜਾਏ। ਗੁਰੂ ਬਾਬਾ ਜੀ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਇੱਕ ਦਾਤ ਦਿੱਤੀ, ਉਹ ਹੈ ਸਤ ਸੰਗਤ ਦੀ। ਇੱਕ ਹੈ ਪਰਮਾਤਮਾ ਦਾ ਨਾਮ, ਇੱਕ ਹੈ ਪਰਮਾਤਮਾ ਦੀ ਵਿਚਾਰਧਾਰਾ ਵਾਲੇ ਜਿਹੜੇ ਲੋਕ ਨੇ, ਜਿਹੜੇ ਨਾਮ ਨਾਲ ਜੁੜੇ ਹੋਏ ਲੋਕ ਨੇ, ਜਿਹਨੂੰ ਸਤਿਗੁਰੂ ਜੀ ਨੇ ਸਤ ਸੰਗਤ ਵੀ ਕਿਹਾ। ਸਤ ਸੰਗਤ ਵਿੱਚ ਜੁੜਿਆਂ ਨੂੰ ਸਤਿਗੁਰੂ ਜੀ ਨੇ ਸੰਤ ਲਫ਼ਜ਼ ਵੀ ਵਰਤਿਆ ਹੈ। ਸੰਤਨ ਕੈ ਚਰਨ ਲਾਗੇ। ਸਤਿਗੁਰੂ ਜੀ ਕਹਿੰਦੇ ਜਦੋਂ ਤੂੰ ਸਤ ਸੰਗਤ ਵਿੱਚ ਆ ਕੇ ਸਤਿਪੁਰਖਾਂ ਦੇ ਚਰਨਾਂ ਨਾਲ ਜੁੜੇਗਾ। ਸਤਿਪੁਰਖਾਂ ਦੇ ਚਰਨਾਂ ਨਾਲ ਜੁੜਨ ਦਾ ਅਰਥ ਇਹ ਹੈ
कि जो तैनूं ਉਹ ਉਪਦੇਸ਼ ਦਿੰਦੇ ਉਹਨਾਂ ਨੂੰ ਜ਼ਿੰਦਗੀ 'ਚ ਧਾਰਨ ਕਰੇਗਾ, ਜੋ ਉਹਨਾਂ ਨੇ ਤੈਨੂੰ ਮਾਰਗ ਦੱਸਿਆ ਉਹਦੇ ਤੇ ਚੱਲੇਗਾ, ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣਾ, ਉਹਨਾਂ ਦੇ ਦਿੱਤੇ ਉਪਦੇਸ਼ ਅਨੁਸਾਰ ਜੀਵਨ ਬਤੀਤ ਕਰਨਾ। ਦੇਖੋ ਰੱਬੀ ਪਿਆਰਿਆਂ ਦੀ ਸੰਗਤ ਕਰਨੀ, ਉਹਨਾਂ ਦਾ ਸਤਿਕਾਰ ਕਰਨਾ ਬੜੀ ਉੱਤਮ ਗੱਲ ਹੈ। ਪਰ ਜਿੱਥੋਂ ਤੱਕ ਗੱਲ ਚਰਨਾਂ ਦੀ ਹੈ ਕਿ ਸਤਿਪੁਰਖਾਂ ਦੇ ਚਰਨਾਂ ਨਾਲ ਜੁੜ, ਚਰਨਾਂ ਦਾ ਅਰਥ ਗੁਰਬਾਣੀ ਦੇ ਅੰਦਰ ਹੈ ਆਚਾਰ, ਉਪਦੇਸ਼, ਬਚਨ। ਜੋ ਬਚਨ ਨੇ ਉਹਨਾਂ ਦੇ, ਉਹਨਾਂ ਨਾਲ ਜੁੜ ਜਾ। ਜੋ ਉਪਦੇਸ਼ ਤੈਨੂੰ ਦਿੱਤਾ ਹੈ ਉਹਨੂੰ ਜ਼ਿੰਦਗੀ ਅੰਦਰ ਕਮਾ। ਜੇ ਸਤਿਪੁਰਖਾਂ ਦੇ ਚਰਨਾਂ ਨਾਲ ਜੁੜੇਗਾ, ਸਤਿਗੁਰੂ ਜੀ ਕਹਿੰਦੇ ਕਾਮ ਕ੍ਰੋਧ ਲੋਭ ਤਿਆਗੇ, ਤੇਰੇ ਅੰਦਰੋਂ ਕਾਮ ਕ੍ਰੋਧ ਲੋਭ ਜਿਹੜਾ ਉਹ ਤੂੰ ਤਿਆਗ ਦੇਵੇਂਗਾ। ਗੁਰੂ ਅਰਜਨ ਸਾਹਿਬ ਜੀ ਦੇ 12 ਮਾਹ ਦੀ ਪਵਿੱਤਰ ਬਾਣੀ 'ਚ ਇੱਕ ਥਾਂ ਤੇ ਬਚਨ ਕਿ ਮਾਘ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਦਾਨ, ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨ ਮੋਹੀ ਹੈ ਬਿਨਸੇ ਲੋਭ ਸੁਵਾਨ। ਉਹ ਬੰਦਿਆ ਸਾਧੂਆਂ ਦੀ ਸੰਗਤ ਵਿੱਚ ਆ ਕੇ ਮੱਜਨ ਕਰਿਆ ਕਰ, ਇਸ਼ਨਾਨ ਕਰਿਆ ਕਰ, ਉਹਨਾਂ ਦੀ ਧੂੜੀ 'ਚ ਇਸ਼ਨਾਨ ਕਰਿਆ ਕਰ। ਉਹਨਾਂ ਦੀ ਧੂੜੀ 'ਚ ਇਸ਼ਨਾਨ ਕਰਨ ਦਾ ਅਰਥ ਹੈ, ਇਸ਼ਨਾਨ ਤੇ ਇੱਥੇ ਸੁਰਤ ਦਾ ਕਰਨਾ ਹੈ। ਸਰੀਰਕ ਤੌਰ ਤੇ ਤਾਂ ਅਸੀਂ ਨਹਾ ਕੇ ਆਉਂਦੇ ਹੀ ਹਾਂ, ਇਸ਼ਨਾਨ ਕਰਕੇ ਆਉਂਦੇ ਹੀ ਹਾਂ। ਵੈਸੇ ਵੀ ਸਰੀਰ ਦਾ ਇਸ਼ਨਾਨ ਕੋਈ ਤੁਸੀਂ ਧੂੜੀ ਨਾਲ ਥੋੜ੍ਹੋ ਕਰਦੇ ਆ। ਜਿੰਨੇ ਮਰਜ਼ੀ ਅਸੀਂ ਯਤਨ ਕਰੀਏ, ਧੂੜੀ ਨਾਲ ਤੇ ਇਸ਼ਨਾਨ ਨਹੀਂ ਹੁੰਦਾ। ਮਾੜੀ ਜੀ ਮਿੱਟੀ ਸਾਡੇ ਸਰੀਰ ਨੂੰ ਲੱਗ ਜੇ ਸੀ, ਝਟ ਕਿੰਨੇ ਸਾਫ਼ ਹੋਣੀ ਚਾਹੀਦੀ ਹੈ। ਧੂੜੀ ਦਾ ਅਰਥ ਹੈ ਕਿ ਜੋ ਰੱਬੀ ਪਿਆਰਿਆਂ ਨੇ ਉਪਦੇਸ਼ ਦਿੱਤਾ ਹੈ, ਉਹਦੇ ਰਾਹੀਂ ਆਪਣੀ ਸੁਰਤ ਨੂੰ ਸਾਫ਼ ਕਰਨਾ, ਸੁਰਤ ਦਾ ਇਸ਼ਨਾਨ ਕਰਨਾ। ਸਰੀਰ ਦਾ ਇਸ਼ਨਾਨ ਪਾਣੀ ਦੇ ਨਾਲ ਹੁੰਦਾ ਹੈ, ਸੁਰਤ ਦਾ ਇਸ਼ਨਾਨ ਬਾਣੀ ਨਾਲ ਹੁੰਦਾ ਹੈ। ਉਸ ਬਾਣੀ ਰਾਹੀਂ, ਬਚਨਾਂ ਰਾਹੀਂ ਆਪਣੀ ਸੁਰਤ ਵਿੱਚੋਂ ਅਗਿਆਨਤਾ ਨੂੰ ਖਤਮ ਕਰਨਾ, ਆਪਣੀ ਸੁਰਤ ਵਿੱਚ ਗਿਆਨਵਾਨ ਹੋ ਜਾਣਾ, ਇਹ ਹੈ ਇਸ਼ਨਾਨ। ਸਤਿਗੁਰੂ ਜੀ ਕਹਿੰਦੇ ਜਦੋਂ ਤੂੰ ਸਤਿਪੁਰਖਾਂ ਦੀ ਚਰਨ ਧੂੜੀ 'ਚ ਇਸ਼ਨਾਨ ਕਰੇਗਾ, ਤੇਰੇ ਅੰਦਰੋਂ ਕਾਮ ਕ੍ਰੋਧ ਲੋਭ ਆਪਣੇ ਆਪ ਮਿਟ ਜਾਣਗੇ। ਸਾਹਿਬ ਜੀ ਕਹਿੰਦੇ ਨੇ ਤੂੰ ਜ਼ਿੰਦਗੀ ਅੰਦਰ ਮਹਾਨ ਬਣ ਜਾਏਗਾ। ਸੰਤਨ ਕੈ ਚਰਨ ਲਾਗੇ, ਕਾਮ ਕ੍ਰੋਧ ਲੋਭ ਤਿਆਗੇ। ਭਈ ਜਦੋਂ ਕੋਈ ਪ੍ਰਾਣੀ ਸਤਿਪੁਰਖਾਂ ਦੇ ਚਰਨਾਂ ਨਾਲ ਜੁੜ ਕੇ ਕਾਮ ਕ੍ਰੋਧ ਲੋਭ ਤੋਂ ਉੱਚਾ ਉੱਠਦਾ, ਤਿਆਗੇ ਦਰਜ ਕੇ ਉੱਚਾ ਉੱਠ ਜਾਂਦਾ, ਇਹਨਾਂ ਤੇ ਕਾਬੂ ਪਾ ਲੈਂਦਾ, ਇਹਨਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਗੁਰ ਗੋਪਾਲ ਭੈ ਕਿਰਪਾਲ, ਲਬਦ ਆਪਣੀ ਪਾਈ। ਲਬਦ ਦਾ ਅਰਥ ਹੈ ਕਿ ਜਿਸ ਚੀਜ਼ ਨੂੰ ਲੱਭਣ ਲਈ ਅਸੀਂ ਆਏ ਹਾਂ, ਅਸੀਂ ਕੁਝ ਲੱਭਣ ਲਈ ਆਏ ਹਾਂ ਇਸ ਧਰਤੀ ਤੇ। ਜ਼ਿੰਦਗੀ ਦਾ ਕੋਈ ਮਕਸਦ ਹੈ, ਉਹ ਜ਼ਿੰਦਗੀ ਦਾ ਮਕਸਦ ਹੈ ਜ਼ਿੰਦਗੀ ਅੰਦਰ ਪਰਮ ਪਦ ਨੂੰ ਮੰਨਣਾ, ਜ਼ਿੰਦਗੀ ਅੰਦਰ ਆਤਮਿਕ ਤੌਰ ਤੇ ਉੱਚੇ ਉੱਠਣਾ, ਪਰਮਾਤਮਾ 'ਚ ਵਿਲੀਨ ਹੋਣਾ। ਸਤਿਗੁਰੂ ਜੀ ਕਹਿੰਦੇ ਜਿਸ ਚੀਜ਼ ਨੂੰ ਤੁਸੀਂ ਲੱਭਣ ਲਈ ਆਏ ਹੋ, ਜਦੋਂ ਤੁਸੀਂ ਸਤ ਸੰਗਤ ਵਿੱਚ ਆ ਕੇ ਰੱਬੀ ਪਿਆਰਿਆਂ ਦੇ ਬਚਨਾਂ ਰਾਹੀਂ ਆਪਣੇ ਹਿਰਦੇ ਤੋਂ ਕਾਮ ਕ੍ਰੋਧ ਲੋਭ ਨੂੰ ਤਿਆਗ ਦੇਵੋਗੇ, ਗੁਰ ਗੋਪਾਲ ਭੈ ਕਿਰਪਾਲ। ਗੁਰ ਦਾ ਅਰਥ ਹੁੰਦਾ ਹੈ ਵੱਡਾ, ਗੋਪਾਲ ਮਹਿਣਾ ਉਹ ਪ੍ਰਿਥਵੀ ਨੂੰ ਪਾਲਣ ਵਾਲਾ, ਉਹ ਪ੍ਰਿਥਵੀ ਨੂੰ ਪਾਲਣ ਵਾਲਾ, ਪ੍ਰਿਥਵੀ ਦੇ ਜੀਵਾਂ ਨੂੰ ਪਾਲਣ ਵਾਲਾ ਸਭ ਤੋਂ ਵੱਡਾ ਜੋ ਪਰਮਾਤਮਾ ਹੈ, ਉਹ ਕਿਰਪਾ ਦੇ ਘਰ 'ਚ ਆ ਜਾਏਗਾ, ਉਹ ਪ੍ਰਸੰਨ ਹੋ ਜਾਏਗਾ। ਪਰਮਾਤਮਾ ਪ੍ਰਸੰਨ ਹੋ ਜਾਏਗਾ। ਲਬਦ ਆਪਣੀ ਪਾਈ, ਜੋ ਅਸੀਂ ਲੱਭਣ ਲਈ ਆਏ ਹਾਂ, ਜੋ ਪ੍ਰਾਪਤ ਕਰਨ ਲਈ ਆਏ ਹਾਂ, ਜੋ ਸਾਡੀ ਜ਼ਿੰਦਗੀ ਦਾ ਮਕਸਦ ਹੈ, ਉਹ ਸਾਨੂੰ ਮਿਲ ਜਾਏਗਾ। ਪਰਮ ਪਦਵੀ ਤੇ ਅਸੀਂ ਪਹੁੰਚ ਜਾਵਾਂਗੇ। ਪਰ ਪਹੁੰਚਾਂਗੇ ਕਦੋਂ? ਜਦੋਂ ਸੰਤਨ ਕੈ ਚਰਨ ਲਾਗੇ, ਕਾਮ ਕ੍ਰੋਧ ਲੋਭ ਤਿਆਗੇ। ਸਤ ਸੰਗਤ ਵਿੱਚ ਆਉਣ ਦੀ ਪ੍ਰੇਰਣਾ ਸਤਿਗੁਰੂ ਜੀ ਨੇ ਸਾਨੂੰ ਕੀਤੀ ਹੈ। ਸਤ ਸੰਗਤ ਵਿੱਚ ਆਉਣ ਦਾ ਮਕਸਦ ਹੈ ਕੋਈ, ਉਹ ਇਹ ਹੈ ਕਿ ਜੋ ਔਗਣ ਸਾਡੇ ਤੇ ਭਾਰੂ ਹੋਏ ਪਏ ਨੇ, ਅਨੇਕ ਤਰ੍ਹਾਂ ਦੇ ਬੰਧਨ ਸਾਨੂੰ ਜੋ ਪਏ ਹੋਏ ਨੇ, ਜੋ ਬੁਰਾਈਆਂ ਸਾਡੇ ਉੱਪਰ ਆਪਣੀ ਪਕੜ ਬਣਾਈ ਬੈਠੀਆਂ ਨੇ, ਸਤ ਸੰਗਤ ਵਿੱਚ ਆ ਕੇ ਗਿਆਨ ਪ੍ਰਾਪਤ ਕਰਕੇ ਇਹਨਾਂ ਔਗਣਾਂ ਤੋਂ ਮੁਕਤ ਹੋਣਾ, ਜ਼ਿੰਦਗੀ ਅੰਦਰ ਉੱਚੇ ਉੱਠਣਾ। ਪਰਮਾਤਮਾ ਤਾਂ ਸਾਡੇ ਅੰਦਰ ਹੀ ਹੈ। ਜਿਵੇਂ ਸਰੋਵਰ ਦੇ ਉੱਪਰ ਕੱਖ ਕਾਨ ਜੰਮ ਜਾਏ, ਸਰੋਵਰ ਦਾ ਪਾਣੀ ਨਜ਼ਰ ਨਹੀਂ ਆਉਂਦਾ, ਉਹ ਕੱਖ ਕਾਨ ਨੂੰ ਪਰੇ ਕਰ ਲਈਏ ਨਾ ਤੇ ਪਾਣੀ ਆਪਣੇ ਆਪ ਨਜ਼ਰ ਆ ਜਾਂਦਾ ਹੈ। ਬਿਲਕੁਲ ਇਸੇ ਤਰੀਕੇ ਨਾਲ ਸਾਡੇ ਅੰਦਰ ਇਹ ਜਿਹੜੇ ਔਗਣ ਨੇ, ਸਾਡੇ ਤੇ ਭਾਰੂ ਹੋ ਗਏ ਨੇ, ਮਨ ਨੂੰ ਜਿਹੜੀ ਮੈਲ ਲੱਗੀ ਹੋਈ ਹੈ,
ਉਹ ਸਤ ਸੰਗਤ ਵਿੱਚ ਆ ਕੇ ਜਦੋਂ ਮਿਟੇਗੀ, ਇਹਨਾਂ ਔਗਣਾਂ ਤੋਂ ਅਸੀਂ ਉੱਚੇ ਉੱਠਾਂਗੇ, ਵਾਹਿਗੁਰੂ ਜੀ ਪ੍ਰਸੰਨ ਹੋਣਗੇ। ਫਿਰ ਜਦੋਂ ਪ੍ਰਮਾਤਮਾ ਪ੍ਰਸੰਨ ਹੋ ਗਿਆ, ਲਬਦ ਆਪਣੀ ਪਾਈ, ਜਿਸ ਵਸਤੂ ਨੂੰ ਲੱਭਣ ਲਈ ਅਸੀਂ ਆਏ ਹਾਂ, ਪ੍ਰਾਪਤ ਕਰਨ ਲਈ ਆਏ ਹਾਂ, ਉਹ ਵਸਤੂ ਸਾਨੂੰ ਮਿਲ ਜਾਏਗੀ, ਘਰ ਦੇ ਵਿੱਚੋਂ ਮਿਲ ਜਾਏਗੀ, ਬਾਹਰ ਕਿਤੇ ਜਾਣ ਦੀ ਲੋੜ ਹੀ ਨਹੀਂ। ਗੁਰਬਾਣੀ ਕਹਿੰਦੀ ਗੁਜੜਾ ਲੱਭਣ ਲੱਦਮ ਲਾਲ ਮੱਥੇ ਹੀ ਪ੍ਰਗਟ ਥੀਆ। ਉਹ ਲਾਲ ਅਮੋਲਕ ਵਸਤੂ ਸਾਨੂੰ ਹਿਰਦੇ ਚੋਂ ਲੱਭ ਪਈ, ਪਰ ਲੱਭੀ ਕਦੋਂ? ਜਦੋਂ ਸਤ ਸੰਗਤ ਵਿੱਚ ਆ ਕੇ ਸਾਨੂੰ ਗਿਆਨ ਪ੍ਰਾਪਤ ਹੋਇਆ। ਘਰ ਦੇ ਵਿੱਚ ਕਈ ਵੇਰਾਂ ਚੀਜ਼ਾਂ ਹੁੰਦੀਆਂ ਨੇ, ਹਨੇਰੇ ਕਰਕੇ ਸਾਨੂੰ ਨਜ਼ਰ ਨਹੀਂ ਆਉਂਦੀਆਂ। ਹਨੇਰਾ ਬੜੀ ਦੁਖਦਾਈ ਚੀਜ਼ ਹੈ। ਬਾਹਰ ਦਾ ਹਨੇਰਾ ਵੀ ਦੁੱਖ ਦਿੰਦਾ ਹੈ। ਗੁਰਬਾਣੀ 'ਚ ਬਚਨ ਕੇ ਸਤਿਗੁਰੂ ਜੀ ਨੇ, ਅੰਧਕਾਰ ਸੋ ਕਵੇ ਨ ਸੋਈ ਹੈ, ਰਾਜਾ ਰੰਕ ਦੋ ਮੇਲ ਰੋਈ ਹੈ। ਹਨੇਰੇ ਵਿੱਚ ਕਦੀ ਬੰਦਾ ਸੁਖੀ ਨਹੀਂ ਹੋ ਸਕਦਾ, ਭਾਵੇਂ ਕੋਈ ਰਾਜਾ ਹੈ, ਭਾਵੇਂ ਰੰਕ ਹੈ। ਹਨੇਰਾ ਮਨੁੱਖ ਨੂੰ ਚੰਗਾ ਹੀ ਨਹੀਂ ਲੱਗਦਾ। ਆਪਾਂ ਦੇਖਦੇ ਜਦ ਤੋਂ ਮਨੁੱਖ ਨੇ ਹੋਸ਼ ਸੰਭਾਲੀ ਹੈ, ਤਦ ਤੋਂ ਉਹ ਚਾਨਣ ਦੇ ਵਿੱਚ ਜਾਣ ਦਾ ਯਤਨ ਕਰਦਾ ਹੈ। ਉਹਨੇ ਚਾਨਣ ਅੱਗ ਦੀ ਕਾਢ ਕੱਢ ਲਈ, ਅੱਗ ਤੋਂ ਬਾਅਦ ਉਹਨੇ ਚਾਨਣ ਕਰਨ ਦੇ ਕਿੰਨੇ ਪ੍ਰਬੰਧ ਅੱਜ ਤੱਕ ਬਣਾ ਲਏ ਨੇ। ਇਹਦਾ ਮਤਲਬ ਕਿ ਮਨੁੱਖ ਹਨੇਰੇ ਨੂੰ ਦੂਰ ਕਰਨਾ ਚਾਹੁੰਦਾ ਹੈ। ਹਨੇਰਾ ਦੁੱਖਾਂ ਦਾ ਕਾਰਨ ਹੈ। ਹਨੇਰਾ ਜਿਹੜਾ ਹੈ ਉਹ ਬਿਮਾਰੀਆਂ ਦਾ ਕਾਰਨ ਹੈ, ਦੁੱਖਾਂ ਦਾ ਕਾਰਨ ਹੈ। ਜਿਵੇਂ ਬਾਹਰੀ ਤੌਰ ਤੇ ਹਨੇਰਾ ਦੁੱਖਾਂ ਦਾ ਕਾਰਨ ਹੈ, ਤੇ ਜੋ ਹਨੇਰਾ ਅੰਦਰ ਹੋਵੇ ਤੇ ਅੰਦਰ ਵੀ ਤੇ ਦੁੱਖ ਹੋਣਗੇ ਨਾ। ਬਾਹਰਲੇ ਹਨੇਰੇ ਨੂੰ ਦੂਰ ਕਰਨ ਲਈ ਅਸੀਂ ਬਾਹਰਲੇ ਯਤਨ ਕਰਦੇ ਹਾਂ, ਪਰ ਅੰਦਰਲਾ ਹਨੇਰਾ ਬਾਹਰਲੇ ਯਤਨ ਨਾਲ ਦੂਰ ਨਹੀਂ ਹੋਣਾ। ਬਾਹਰ ਜਿੰਨੇ ਮਰਜ਼ੀ ਯਤਨ ਕਰਦੇ ਰਹੀਏ, ਸਤਿਗੁਰੂ ਜੀ ਨੇ ਕਿਹਾ ਸੀ, ਜੇ 100 ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਜਿੰਨੇ ਮਰਜ਼ੀ ਚੰਦਰਮਾ ਪ੍ਰਕਾਸ਼ ਹੋ ਜਾਣ, ਜਿੰਨੇ ਮਰਜ਼ੀ ਸੂਰਜ ਜਿਹੜੇ ਨੇ ਉਹ ਪ੍ਰਕਾਸ਼ ਹੋ ਜਾਣ, ਜਿੰਨਾ ਮਰਜ਼ੀ ਬਾਹਰ ਚਾਨਣ ਹੋ ਜਾਏ, ਲੇਕਿਨ ਮਨ 'ਚ ਤਾਂ ਹਨੇਰਾ ਹੀ ਰਹੇਗਾ ਨਾ। ਮਨ ਦਾ ਹਨੇਰਾ ਦੂਰ ਹੋਵੇਗਾ ਜਦੋਂ ਗੁਰੂ ਕੇ ਬਚਨ ਸਾਡੇ ਹਿਰਦੇ 'ਚ ਵਸਣਗੇ, ਗੁਰਬਾਣੀ ਦਾ ਗਿਆਨ ਸਾਡੇ ਹਿਰਦੇ 'ਚ ਵਸੇਗਾ। ਜਦੋਂ ਸਤਿਗੁਰੂ ਜੀ ਕਹਿੰਦੇ ਨਾ ਕਿ ਸਤ ਸੰਗਤ ਵਿੱਚ ਆ ਕੇ ਸਤਿਪੁਰਖਾਂ ਦੇ ਚਰਨਾਂ ਨਾਲ ਜੁੜ, ਉਹਦਾ ਭਾਵ ਕਿ ਸਤ ਸੰਗਤ ਵਿੱਚ ਆ ਕੇ ਗੁਰੂ ਕੇ ਬਚਨ ਗ੍ਰਹਿਣ ਕਰ। ਗੁਰੂ ਕਾ ਉਪਦੇਸ਼, ਰੱਬੀ ਪਿਆਰਿਆਂ ਦਾ ਜੋ ਉਪਦੇਸ਼, ਉਹਨੂੰ ਆਪਣੀ ਸੁਰਤ ਵਿੱਚ ਵਸਾ। ਜਦੋਂ ਸੁਰਤ ਵਿੱਚ ਵਸਾਏਗਾ, ਉਦੋਂ ਤੇਰੇ ਅੰਦਰੋਂ ਇਹ ਔਗਣ, ਜਿਵੇਂ ਸੂਰਜ ਚੜ੍ਹਦਾ ਤੇ ਚੋਰ ਭੱਜਣੇ ਸ਼ੁਰੂ ਹੋ ਜਾਂਦੇ ਨੇ। ਸੂਰਜ ਚੜ੍ਹਦਾ ਹੈ, ਰਾਹ ਮਾਰ ਜਿਹੜੇ ਨੇ ਲੁਕ ਜਾਂਦੇ ਨੇ। ਤੁਹਾਡੇ ਅੰਦਰ ਜਦੋਂ ਚਾਨਣ ਹੋ ਗਿਆ, ਰੱਬੀ ਗਿਆਨ ਦਾ ਪ੍ਰਕਾਸ਼ ਹੋ ਗਿਆ, ਜਾਂ ਜਿਹੜੇ ਰਾਹ ਮਾਰ ਹੈ ਨਾ, ਲੁਟੇਰੇ ਕਾਮ ਕ੍ਰੋਧ ਲੋਭੇ ਰਾਹ ਮਾਰੀ ਨੇ, ਇਹਨਾਂ ਨੂੰ ਸਤਿਗੁਰੂ ਜੀ ਨੇ ਕਿਹਾ, ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ, ਰਾਮ ਭਗਤ ਕੇ ਪਾਣੀ ਯਾਰ। ਇਹ ਪੰਜ ਚੌਧਰੀ ਨੇ ਜਿਹੜੇ ਲੋਕਾਂ ਤੇ ਆਪਣਾ ਡੰਡਾ ਚਲਾਉਂਦੇ ਨੇ। ਲੂਟ ਲੈ ਸਾਖਤ ਪਥ ਖੋਵੇਂ, ਇਹ ਦੁਨੀਆ ਨੂੰ ਲੁੱਟਦੇ ਨੇ, ਸਾਖਤਾਂ ਦੀ ਇਜਰ ਖਵਾਰ ਕਰਦੇ ਨੇ। ਪਰ ਸਾਧ ਜਨਾਂ ਪਗ ਮਲ ਮਲ ਧੋਵੇ, ਸਾਧੂ ਜਨਾਂ ਦੇ ਤੇ ਪੈਰ ਮਲ ਮਲ ਕੇ ਧੋਂਦੇ ਨੇ। ਇਸ ਕਰਕੇ ਗੁਰੂ ਬਾਬਾ ਜੀ ਕਹਿੰਦੇ, ਭਾਈ ਜਦੋਂ ਤੂੰ ਸਤਿਪੁਰਖਾਂ ਦੇ ਚਰਨਾਂ ਨਾਲ ਜੁੜੇਗਾ, ਭਾਵ ਗੁਰੂ ਕੇ ਬਚਨਾਂ ਨਾਲ ਜੁੜੇਗਾ, ਤੇਰੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਆਪਣੇ ਆਪ ਭੱਜ ਜਾਣਗੇ। ਫਿਰ ਗੁਰ ਗੋਪਾਲ ਪਏ ਕਿਰਪਾਲ। ਜਦੋਂ ਅਸੀਂ ਅੰਦਰੋਂ ਪਵਿੱਤਰ ਹੋ ਗਏ ਨਾ, ਦੇਖੋ ਪਰਮਾਤਮਾ ਤੇ ਸਦਾ ਹੀ ਦਿਆਲੂ ਹੈ। ਅਸੀਂ ਉਹਦੀ ਦਇਆ ਦੇ ਪਾਤਰ ਕਿਉਂ ਨਹੀਂ ਬਣ ਸਕੇ? ਉਹਦਾ ਕਾਰਨ ਕਿ ਅਸੀਂ ਅੰਦਰੋਂ ਹੀ ਹਨੇਰੇ 'ਚ ਹਾਂ। ਸਾਡੇ ਅੰਦਰ ਹੀ ਇੰਨੇ ਔਗਣ ਭਰੇ ਪਏ ਨੇ ਕਿ ਅਸੀਂ ਉਹਨਾਂ ਬੰਧਨਾਂ ਤੋਂ ਮੁਕਤ ਹੀ ਨਹੀਂ ਹੋ ਸਕੇ। ਜਿਹੜੀ ਗੱਲ ਬਾਬਾ ਫਰੀਦ ਸਾਹਿਬ ਜੀ ਨੇ ਵਰਣਨ ਕੀਤੀ ਕਿ ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੈ, ਸਭ ਜਗ ਤੇਰਾ ਹੋਏ। ਆਪ ਸਵਾਰਨ ਦਾ ਅਰਥ ਹੀ ਇਹ ਹੈ ਕਿ ਆਪਣੇ ਅੰਦਰੋਂ ਇਹਨਾਂ ਬੁਰਾਈਆਂ ਨੂੰ ਦੂਰ ਕਰਨਾ। ਸਤ ਸੰਗਤ ਵਿੱਚ ਆ ਕੇ ਗੁਰੂ ਕੇ ਉਪਦੇਸ਼ ਨੂੰ ਸੁਣ ਕੇ ਚੁਗਲੀ ਨਿੰਦਿਆ ਤੋਂ ਮੁਕਤ ਹੋਣਾ, ਈਰਖਾ ਤੋਂ ਮੁਕਤ ਹੋਣਾ, ਲੱਭ ਲੋਭ ਤੋਂ ਮੁਕਤ ਹੋਣਾ। ਸਤਿਗੁਰੂ ਜੀ ਕਹਿੰਦੇ ਨੇ, ਜਦੋਂ ਸਤ ਸੰਗਤ ਵਿੱਚ ਆ ਕੇ ਅਸੀਂ ਆਪਣੇ ਆਪ ਨੂੰ ਸਵਾਰ ਲਵਾਂਗੇ, ਪਰਮਾਤਮਾ ਕਹਿੰਦਾ ਜਦੋਂ ਆਪਣੇ ਆਪ ਨੂੰ ਸਵਾਰ ਲਓਗੇ, ਮੈਨੂੰ ਆਪਣੇ ਆਪ ਮਿਲ ਜਾਓਗੇ। ਜਦੋਂ ਮੈਨੂੰ ਮਿਲ ਜਾਓਗੇ, ਆਪਣੇ ਆਪ ਹੀ ਸੁੱਖ ਮਿਲੇਗਾ, ਸਾਰੀ ਦੁਨੀਆ ਤੁਹਾਡੀ ਬਣ ਜਾਏਗੀ। ਸਤਿਗੁਰੂ ਜੀ ਇੱਥੇ ਵੀ ਕਹਿੰਦੇ, ਭਾਈ ਪਰਮਾਤਮਾ ਦੇ ਪਿਆਰ 'ਚ ਜੁੜਨਾ ਹੈ, ਫਿਰ ਸਤ ਸੰਗਤ ਵਿੱਚ ਆ। ਸਤ ਸੰਗਤ ਵਿੱਚ ਆ ਕੇ ਗੁਰੂ ਕੇ ਬਚਨਾਂ ਨੂੰ ਹਿਰਦੇ 'ਚ ਵਸਾਏਗਾ।
तेरे अंदरों काम क्रोध लोभ जेड़े ने त्यागे जाणगे, तेरे ते परमात्मा प्रसन्न होएगा। फिर लभद अपनी पाई, जिस चीज नूं लभण लई आए हैं, प्राप्त करन लई आए हैं ना, वो तेनों लभ पेगी, वो तेरे हिरदे चों लभ पेगी, बाहर जाके लभण दी लोड़ नहीं है। बिन से भ्रम मोहो अंध, टूटे माया के बंद, सर्वत्र ठाकुर न को बैराई। जदों सत संगत विच आए, गुरु के चरणों नाल जुड़े, गुरु की बाणी नाल जुड़े, बिन से भ्रम मोह अंध, साडे अंदर जिहड़ी अज्ञानता सी ना, अंध मैना हनेरा, वो हनेरा मिट गया। हनेरे करके भरम ने, भरम करके दुख ने। रात दे हनेरे च तुरे जाओ ना, कि कई बार ना अगे कोई रस्सी पई होए, कोई डंडा ही पिया होए, असी डर जाने खरे सप पिया होया, फिर असी चानण दा प्रबंध करिए ना, कहने तो एवें भुलेखा ही पै गया, तो रस्सी सी, हनेरे करके भुलेखा पै गया। हनेरे करके भुलेखा पिया, रस्सी नूं असी सप समझ लिया, असी डर गए। हनेरे चो भरम, भरम विचों डर पैदा हो गया। साडी जिंदगी च जिन्ने डर ने वो भरम करके ने, भरम करके। देखो मौत का डर भरम करके है। असी सोचते शरीर साडा है, गुरबाणी कहती साडा ते है ही नहीं है। अज तक कोई अपना शरीर नाल ते लैके नहीं गया, साडा की है। असी सोचते परिवार साडा है, असी सोचते ये धन दौलत रुतबे साडे ने, जे साडे होण ते नाल ना लैके जाइए आपां। कोई चीज़ नाल जांदी नहीं जिहड़ी, वो साडी किवें है। शरीर नाल नहीं जांदा, ये भी साडा किवें है। इस करके ये भरम ने मनुख दे मन अंदर, अज्ञानता करके भरम ने मनुख दे मन अंदर शरीर दा मोह आ गया, मनुख दे मन अंदर परिवार दा मोह आ गया, मनुख दे मन अंदर दुनिया दी मोह माया ममता ने डेरे लगा लए। जदों परिवार दा मोह आया, ये परिवार मेरा है, जे किते थोड़ा जिहा परिवार ने साथ न दिता, सी दुखी हो गए कि देखो जी न्याणे ते पुछदे ही नहीं। असी दुखी हो गए उदों। साडे दुखां दा कारण परिवार नहीं है, साडे दुखां दा कारण साडे अंदर ही ममता है। ममता कि ये ते मेरे बच्चे ही नहीं मैनू पुछदे, मेरा कोई साथ नहीं दिंदा। साडे दुखां दा कारण की है? असी सोचदे धन साडा है, लेकिन जदों असी निर्बल हो जाने आ, जदों अखां तो दिसदा नहीं, पैरां तो तुरिया नहीं जाता, जदों असी मजबूर हो जाने आ, असी डिग जाने आ, उदों असी कहने लो जी मेरा पैसा मेरे नहीं काम आ रहा। वो पैसा तो साडा है ही नहीं, तो वाहिगुरू जी ने इह साडे धरती दे सफर नूं सुहावणिया बनाउण लई सानूं सहूलतां दित्तियां ने भी पैसे दी गुजरान है, पैसा चाहिदा है, पर यह गुजरान है, ये साथी नहीं है। ये दुनियावी रिश्तेदारियां सानू परमात्मा ने दित्तियां सी जिंदगी अंदर वधिया तरीके नाल अगे वध सकीए, पर इन्हां चों ना असी किसी दे साथी हां ते ना साडा कोई साथी है। कोई किसी दे नाल आया नहीं, किसी ने किसी दे नाल जाना नहीं। इस करके ये साडे अंदर बड़े वड्डे अज्ञानता करके भरम ने कि ये राज गद्दियां मेरियां ने। आपां देखदे बंदा कितना दुखी हो जाता है, आ जाए तो कितना खुश, चलिया जाए तो कितना दुखी। गुरु का वचन है, जब किछ आवे तब गर्व करत है, माया गई तब रोमन लगत है। जदों कुछ आ जाए उदों बंदा हंकार करदा है, जदों कुछ चलिया जाए उदों बंदा दुखी होंदा है। इस करके ते मेरा सी ते चलिया गया। सतगुरु जी कहंदे नहीं, ये एक भरम है। ज्यों ज्यों सतसंगत विच आवांगे, सतसंगत विच आके सानू ये ज्ञान मिलेगा, चन्न मिलेगा, हर बिन को न सहाई मन को, कि परमात्मा तो बिना कोई संगी साथी नहीं है साडा। गुरबाणी विच सतगुरु जी ने सानू प्रेरणा दित्ती, बंदिया तेरा किसी ने संग साथ नहीं देना। अन काए रातड़िया वाट दुहेली राम, पाप कमावंदियां तेरा कोई ना बेली राम। कोई ना बेली होए तेरा सदा पछोतावें, गुण गोपाल ना जपै रसना फिर कदों से दे आवें। तरवर विछुन्ने न पात जुड़ते जम मग गौन अकेली, बिनवंत नानक बिन नाम हर के सदा फिर तुध हेली। सतगुरु जी कहते अन काए रातड़िया
होर पासे लगे होए बंदिया तेरी जिंदगी दी वाट बड़ी औखी, वाट दुहेली राम, तेरी जिंदगी दी वाट बड़ी औखी है भिख में, पाप कमावंदियां तेरा कोई ना बेली राम। ओ बंदिया जे तू अवगण करदा रहा, पाप कर्म करदा रहा, तेरा किसी ने साथी नहीं बनना, कोई तेरे नाल नहीं निवेगा। ये तो दुनिया का संग साथ इवें है जिमें तरवर विछुने ने पात जुड़ते, तरवर मैंने दरख्त, दरख्त के पत्ते टुट जान वो मुड़ के जुड़ते नहीं टाणी दे नाल। साडा कोई एक संगी साथी साडे नालों विछड़ जाए चलिया जाए मुड़ के परिवार नाल नहीं जुड़ सकता, जिन्हें मर्जी असी यतन कर लीए परिवार का कोई जी उहदे नाल जा नहीं सकता, वो परिवार च आ नहीं सकता। इस करके सतगुरु साहब जी कहते ते भरम है साडे मन अंदर कि ये परिवार साडा है, संसार साडा है, रुतबे साडे ने। ज्यों ज्यों सतसंगत विच आउने आ ज्ञान मिलता है वो साडे भरम टुटदे ने। फिर बिन से भ्रम मोह अंध टूटे माया के बंद। सतसंगत विच आके ज्ञान मिलिया ते साडे अंदर भरम मिट गया। फिर जिहड़े सानू बंधन पे मोह दे अज्ञानता करके वो साडे फिर बंधन भी अपने आप टुटने शुरू हो जाते हैं, माया के बंधन टुटने शुरू हो जाते हैं। ज्यों ज्यों मनुख सुतंत्र होंदा है, जिन्हों मुक्ति कहते ना, मुक्ति का अर्थ है माया के बंधनों तो मुक्त होना। जिन्हों मुक्ति कहते वह अर्थ है कि मोह माया तो अवगुणा तो विकारां तो मुक्त होना। बंध शब्द वरत्या सतगुरु जी ने, बंध तो उल्टा लफ्ज जिहड़ा है वह है सुतंत्र मुक्त। इस करके सतगुरु जी कहते ज्यों ज्यों सतसंगत विच आके परमात्मा के प्यार जुड़ोगे, गुरु के बचना राही परमात्मा नूं चेते करोगे, त्यों त्यों बिन से भ्रम मोह अंध टूटे माया के बंध, बंधन टुट जाएंगे, सुतंत्र हो जाओगे, तुहाडा मन सुतंत्र हो जाएगा, सोच सुतंत्र हो जाएगी। हुण सानू बंधन पे ने। देखो आपां गुरुद्वारे बैठे आ, गुरुद्वारे बैठिया भी सानू दुनिया के कम खिंची चले जाते, ये बंधन है। बंधन जरूरी नहीं कि पैरों में संगल पिया होया तां ही है, बंधन साडी सुरत नूं पए होए ने। इत्थे बैठिया साडी सुरत दुनियादारी के कम्मां च, अपने परिवार के कम्मां च, चिंतावां च ही जुड़ी रहिंदी है। ये बंधन ने, ये जिहड़े चिंता के बंधन ने, अज्ञानता के बंधन ने, मोह माया के बंधन ने, ज्यों ज्यों ज्ञानवान होवांगे त्यों त्यों टुटदे चले जाणगे। जिन्ना असी अंदरों गुणवान होंदे जावांगे, अंदरों प्रकाशमान होंदे जावांगे, त्यों त्यों बंधन कमजोर होंदे जाणगे, असी तगड़े होंदे जावांगे, असी अंदरों बलवान होंदे जावांगे। जिन्ने बलवान होंदे जावांगे उन्हें बंधन साडे लई तोड़ने सौखे हो जाणगे। फिर की होएगा जदों बंधन टुट गए, पूर्ण सर्वत्र ठाकुर ने को बैराई। हुण सुतंत्र हो गए ना असी, हुण जिधर देखदे सारे थावां ते परमात्मा। जदों साडी सुरत बंधन विच सी उदों सानू लगदा सी ऐ मेरा विरोधी है, ऐ मेरा बुरा लोचदा है, ऐ मेरा अपना है, ऐ बगाना है। उदों सानू लगदा सी कि इत्थों मैनू लाभ मिलना है, इत्थों मैनू नुकसान मिलना है, क्योंकि साडे अंदर माया दे बंधन सन। हुण जदों माया दे बंधन टुट गए, जिधर नजर मारी सब गोबिंद है, सब गोबिंद है, गोबिंद बिन नहीं कोई। परमात्मा ते सारे थावां ते है, हर थां ते रमिया होया है परमात्मा। हुण ते परमात्मा तो बिना नजरी कुछ नहीं आ रहा। हर गल परमात्मा की वधिया लगती है, हर गल विचों ही आनंद मिल रहा है, हर गल च परमात्मा का शुकराना कर रहे। एक मैं कथा पढ़ रहा सा, बड़ी सिक्ख्यादायक कथा, जिंदगी च आनंद मन दियां परमात्मा च विलीन होने दी। कि कोई महात्मा कहते जा रहे हैं स्वर्ग नूं, रब दे घर वल नूं कह लो जा रहे हैं। अगे एक तपस्वी जिन्हें कई जन्म तप किया दरख्त हेठ बैठा है, कि उस जा रहे महात्मा नूं कहंदा कि रब पुछी कि मैनू होर किन्ने युग तप करना पैना, किन्ने जन्म तप करना पैना, पुछ के आई जरा। वो कहने लगा जरूर पूछांगा। एक होर अगे व्यक्ति कुछ गा रहा सी, बड़े वजद सी, दरख्त हेठ बैठा। वो कहना मेरे बारे भी पुछ ली कि मैनू किन्ना कुछ चिर होर उਡੀਕਣਾ पैना है, कदों मैं तुहाडे प्यार च जुड़ांगा, विलीन होवांगा। वो व्यक्ति चलिया गया, मुड़ के आया। तपस्वी कहना कि मेरी गल कीती परमात्मा नाल? कहने लगा कीती है। परमात्मा कहंदा है कि आ जिन्ने दरख्त दे पत्ते है ना,
इन्ने जन्म होर तप कर ते फिर तेरी एक हल ना पूरी होनी। जिन्ने दरख्त के पत्ते ने, वो तपस्वी भी बड़ा दुखी हो गया कि अगे इन्ने जन्म मैं बतीत किए ने, ये इन्ने दरख्तां दे पत्तियां जिन्ना होर जन्म धारण करने पैणगे। बड़ा दुखी हो गया। कि जो दूजे व्यक्ति वाल गया ना, जिहड़ा होर बैठा कहना सी मेरा भी पता कर रही, वो कहने लगा मेरा भी पता कीता है। कहने लगा पता कीता है। परमात्मा कहता कि जिन्ने दरख्त के पत्ते ने इन्ने जन्म तेनू उडीकना पैना। तो वह व्यक्ति नचन लग पिया। वो व्यक्ति बड़ा प्रसन्न होकर गाउन लग पिया कि शुक्र है इत्थे ते बेअंत दरख्त ने, एक ही दरख्त के पत्ते कहे ने, इत्थे ते जंगल भरिया पिया दरख्तां दे नाल। किते सारे जंगल के दरख्तां दे पत्ते नहीं रब ने कहते, एक ही दरख्त के पत्ते कहे ना। वो इन्ना खुशी च आ गया कि उस वेले रब च विलीन हो गया। शुकराने च आया मनुख उस वेले अंदरों आनंद नाल भरपूर हो जाता है, अंदरों प्रकाशमान हो जाता है। जिस हालत असी बैठे जदों शुकराने जुड़ जाएंगे उत्थे ही परमात्मा च विलीन हो जावांगे, उडीकना ही नहीं पएगा। ते जे असी गिले ही करते रहे, जे असी शिकवे ही करते रहे, फिर तो जन्म कई उडीकने पैणगे, मुकने नहीं है। शुकराने वाला बंदा हर वेले रब विच विलीन रहिंदा है। इस करके सतगुरु जी कहते जदों परमात्मा के प्यार च जुड़े, अंदरों आ मेर तेर मोह माया खत्म हो गई। हुण ते मैं जिधर देखदा हाँ पूर्ण सरबत्तर ठाकुर, सारे थावां ते ओ रब है, परमात्मा है, आसे पासे हारे थावां ते रब है। न को बैराई, हुण ते कोई बेगाना नहीं है, ना को बैरी नहीं बेगाना, सगल संग हमको बन आई। हुण वैरी समझिए किनू, मंदा किसनों आखिए जां तिस बिन कोई ना है। जदों परमात्मा तो बिना कोई हिरदा खाली नहीं तो किनू कहिए कि बेगाना है। हुण परमात्मा साडा वैरी है कोई? जदों हरे हिरदे च ही परमात्मा है तो फिर साडा वैरी कौन है? कोई वैरी नहीं है। इस करके सतगुरु साहब जी कहते ने कि भाई उस परमात्मा नूं हमेशा चेते रखो। सत संगत राही जदों तुसीं वाहिगुरु जी दे प्यार जुड़ जाओगे, सारे बंधन टुट जाणगे, तुसीं सुतंत्र हो जाओगे। तुहानूं तुहाडी जिंदगी दी जिहड़ी चीज़ चाहिदी वो मिल जाएगी। अंदरों ऐन मोह माया तो मुक्त होके जिधर देखोगे गोविंद दे दीदार होणगे। समुची मानवता तुहानूं अपनी नजर आएगी। फिर स्वामी सो प्रसन्न भये, जन्म मरण दोख गए, संतन के चरण लाग, नानक गुण गाई। धन गुरु अर्जन साहब जी महाराज कहते जदों संतन कै चरण लाग, सतपुरखां दे चरणां नाल लग के जुड़ के, भाव सतपुरखां दे बचनां नूं जिंदगी च धारण करके, उन्हां दे दसे मार्ग ते चल के, उन्हां दे पाए पूर्णियां ते चल के जदों असीं परमात्मा दे गुण गाए ना, फिर स्वामी सो प्रसन्न पे। वो परमात्मा वाहिगुरु जो मालिक है वो प्रसन्न हो गया। जदों परमात्मा प्रसन्न हो गया, जन्म मरण दुख गए। साडी जिंदगी चो जमन मरण दे दुख ही खत्म हो गए, कोई दुख ना रहा। दुख ते उन्ना चिर है जिन्ना चिर परमात्मा तो असी दूर हाँ। गुरबाणी कहती दुख तदे जां विसर जावे। दुख उन्ना चिर ने जिन्ना चिर साडी सुरत विचों परमात्मा विसरिया होया। दुख की है? जो जां जिस तरह जां जिन्ना मैं चाहुंदा वो हो ना होए तो मैं दुखी हो जाना। ते जदों कहिए कि जो रब ने देना देता है, धन्नवाद है रब दा, फिर दुख ही कोई नहीं। दुख तो साडी सुरत विच है, साडी फीलिंग विच है। दुख किसी वध घट पदार्थ च नहीं है। दुख किसी व्यक्ति जां वस्तु जां किसी रुतबे जां किसी थां विच नहीं है। वो दुख सुख साडे अपनी फीलिंग दे विच है, साडी सुरत दे विच है। तुसीं अंदरों रब दे प्यार जुड़ जाओगे, तुहानूं कौन दुखी कर सकेगा? जिहड़े अंदरों वाहिगुरु जी दे रंग जुड़ गए, जिन्हां ने कहा सी कि सारे थावां ते गोविंद ही है, न को बैरी नहीं बेगाना, सगल संग हमको बन आई। वो ते वैरियां च भी बैठ के सुखी ने, उन्हां नूं तत्तियां तवियां ते बिठा दिता, उत्थे भी बड़े आनंद विच ने। वो कहते दुख है ही कोई नहीं है। दुख ना ही सब सुख ही है रे, एक है एक ही ने। ते कहते कोई दुख नहीं है ते सुख ही है, ये ते रब दी दात है। इस करके सतगुरु सच्चे पातशाह जी कहते जदों सतपुरखां दे चरणां नाल जुड़ के वाहिगुरु जी दे गुण गाए। सतगुरु जी ने दो वेरां ये गल कही। पहलां कहा भी हमेशा रब दे गुण गाओ, पर संतन कै चरण लग गए।
सतपुरखां दे चरणों नाल, सत संगत नाल जुड़ के, गुरु के बचनां नाल जुड़ के अखीर ते फिर बचन कहे, संतन के चरण लाग नानक गुण गाई। गुरु अर्जन साहब जी का एक बड़ा प्यारा बचन सोठ राग दियां अष्टपदियां तुसीं चेते करदे, जिथे कहंदे हर कीरत साध संगत है, सिर करमन के कर्म। सत संगत ते रब दी कीर्ति सब तो उत्तम कर्म है। गुरु बाबा जी ने कहा सी, गुरबाणी संगत बिना दूजी ओट नहीं है राई। संगत ते बाणी तो बिना होर कोई ओट आसरा नहीं है। मानसिक तौर ते उच्चे उठण दे लई सानू साडे सतगुरु जी ने जो महान उत्तम दातां बख्शियां ने, उन्हां चों उत्तम दात है सत संगत। सत संगत को मनुखां दे इकट्ठ नूं नहीं किया जांदा। सत संगत जिथे सत दी गल होए, जिथे सत दी विचार होए। सत संगत कैसी जानी है, जिथे एको नाम वखाणी है, जिथे सत दी विचारधारा वाले लोग एकत्र होए होण, वो सत संगत है। हुण जदों सत संगत विच आके जो सत दी विचारधारा वाले लोग ने उन्हां कोल बैठे, उन्हां दे बचन सुने, उन्हां दे बचनां अनुसार जीवना शुरू किया, अपने आप अंदरों दुख मिटने शुरू हो गए। साडी सुरत जिहड़ी पहलां नैगेटिव रहिंदी है, ज्यों-ज्यों सतसंगत नाल जुड़ांगे, ज्यों-ज्यों गुरबाणी नाल जुड़ांगे, ज्यों-ज्यों वाहिगुरू जी दे प्यार विच जुड़ांगे, साडे अंदर त्यों-त्यों उच्चे ख्याल आउंदे जाणगे, वधिया ख्याल आउंदे जाणगे। असीं खुश ऐसे जिंदगी च होना, आनंद ऐसे जिंदगी च मनना। सानू आनंद किसी वस्तु, किसी पदार्थ जां किसी व्यक्ति ने नहीं देना। वो आनंद साडे अंदर है। आनंद साडे अंदर तां आएगा जदों असीं सकारात्मक उसारू सोच वाले बन जावांगे। गुरबाणी कहती है कि सब तो वड्डा परमात्मा ही है। परमात्मा दे नाल जुड़ जाओ। परमात्मा तो वड्डा ते कोई नहीं ना, परमात्मा तो बलवान कोई नहीं, परमात्मा तो वड्डा गुणवान कोई नहीं है। क्योंकि असीं कहने भले लोकां दी संगत विच बैठो ते सब तो महान गुरबाणी कहती है परमात्मा। परमात्मा दे प्यार जुड़ जाओ। ज्यों ज्यों परमात्मा दे गुणां नूं चेते करांगे। देखो वाहिगुरू जी दे सिमरन दा अर्थ ही है, जां सतसंग च आउण दा अर्थ ही है परमात्मा दे गुणां नूं चेते करना। परमात्मा दे ओ परोपकार, परमात्मा दे गुण जिहड़े जदों साडी सुरत वसदे जाणगे, जिस चीज़ नूं चेते करांगे। भाई गुरदास साहब जी का एक भजन कि चिंता मन चितव चिंता चित ते चुराई, आजोनी आराधे जोन संकट कटाए हैं, सिमरत अकाल काल कंटक कलेस नासे। कहते कि जदों आजोनी वाहिगुरू जी नूं चेते कीता, साडी जिंदगी चों भी जूना च भटकण दी गल ही खत्म हो गई। परमात्मा अजूनी है, उन्होंने चेते करने वाला जूना तो रहत हो जाएगा। करिए उन्होंने सुरत करके चेते, और उस परमात्मा नूं चेते कीतियां जो चिंता मन है चितवियां पूरियां करने वाला है। साडे मन की हर चिंता ही चिंतविनी पूरी हो गई। गुरु रामदास जी महाराज कहते इच्छा पूर्क सर्ब सुख दाता हर, जाके वस है काम तेना। वो परमात्मा जिहड़ा सारियां ही इच्छावां पूरियां करदा है, सारे सुख देण वाला है। लोगों ने कोई काम तेन गऊ कल्पी है, ग्रंथां च पढ़दे सुनदे आ, किसी ने देखी नहीं है। ना किसी ने कल्प वृक्ष देखे है, ना किसी ने काम तेन गऊ देखी है। क्योंकि जिहड़ा कहंदा स्वर्गां च, हुण स्वर्गां च जाएगा तो देखेगा, जिहड़ा जाएगा वो आएगा किवें? ये तो एक कल्पना है। काम तेन गुरबाणी कहंदी काम तेन गऊ है तुहाडा मन, वो कल्प वृक्ष है तुहाडा मन। जदों तुसी मन च जो सोचते हो ना, वो कुछ हो ही जाएगा। मन च जो सोचोगे वो हो ही जाएगा। जदों तुसी परमात्मा दे प्यार में जुड़ के, जदों तुहाडा मन पवित्र हो गया, जो सोचोगे वो पूरा हो ही जाएगा। सिर्फ मन अंदरों पवित्र हो जाए, मन एकाग्र हो जाए। इस मन च इन्नी कुछ समर्था परमात्मा ने रखी है कि परमात्मा तो बाद अगर बलवान है तो वो केवल मनुख दा मन है। मनुख दे मन तो ज्यादा बलवान कोई नहीं है। कोई देवता महान नहीं है, कोई होर वस्तु महान नहीं है, कोई कल्प वृक्ष महान नहीं है। मनुख दा मन ही कल्प वृक्ष है, जेकर ये मन परमात्मा दे प्यार च जुड़ जाए। सतगुरु सच्चे पातशाह देखो साडी जिंदगी च दुखां दा कारण की है? असी सोचते नैगेटिव हां। साडे अंदर डर ने ऐ ना हो जाए, वो ना हो जाए, जो सोचते हो ही चलिया जाता है। जदों असी वधिया सोचांगे, जदों साडी सोच ही वधिया बन जाएगी,
फिर जिंदगी अंदर माड़ी गल होवे किवें? देखो परमात्मा दे प्यारियां दे प्रसन्न रहण दा कारण की जिहड़ी गल सतगुरु जी ने कीती, नानक भगतां सदा विगास, उन्हां दे विगास दा कारण कि उन्हां दी सुरत विच परमात्मा दा प्यार, परमात्मा दे गुण वसे ने। जे असीं रोज परमात्मा दे गुणां नूं चेते करांगे, ਉਹ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਸਾਰੀਆਂ ਚਿਤਵੀਆਂ ਵੀ ਪੂਰੀਆਂ ਹੋਣਗੀਆਂ। ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਸਾਡੀ ਜ਼ਿੰਦਗੀ 'ਚੋਂ ਵੀ ਕਾਲ ਕੰਟਕ ਖਤਮ ਹੋ ਜਾਏਗਾ, ਸਾਡੀ ਜ਼ਿੰਦਗੀ 'ਚੋਂ ਵੈਰ ਵਿਰੋਧ ਖਤਮ ਹੋ ਜਾਣਗੇ, ਸਾਡੀ ਜ਼ਿੰਦਗੀ 'ਚੋਂ ਭੈ ਭਰਮ ਮਿਟ ਜਾਣਗੇ। ਸਤਿਗੁਰੂ ਜੀ ਕਹਿੰਦੇ ਫਿਰ ਕੀ ਹੈ? ਉਸ ਵਾਹਿਗੁਰੂ ਜੀ ਨੂੰ ਚੇਤੇ ਕੀਤਿਆਂ ਜਨਮ ਮਰਨ ਦੁੱਖ ਗਏ, ਜੰਮਣ ਮਰਨ ਦੇ ਦੁੱਖ ਜਿਹੜੇ ਮਿਟ ਗਏ। ਜਦੋਂ ਪਰਮਾਤਮਾ ਪ੍ਰਸੰਨ ਹੋ ਗਿਆ, ਪਰਮਾਤਮਾ ਦੀ ਪ੍ਰਸੰਨਤਾ ਦੀ ਇਹ ਪਹਿਚਾਣ ਹੈ कि जिहड़ा मनुख हर वेले वाहिगुरू जी के प्यार च शुकराने च जदों जुड़दा, समझो कि रब की प्रसन्नता हो रही है। रब तो हर वेले प्रसन्न ही रहिंदा, वो तो नाराज कदी हुंदा ही नहीं है। रब नूं देखना है तो बनाए स्रोत देख लो, सूरज हर वेले चानण दिंदा, कदी सूरज चानण बंद नहीं करता। रब दीयां जिन्नियां दातां ने देखो निरंतर मनुख की सेवा च लगियां ने, निरंतर सेवा। सेवा का अर्थ की है? बस दे ही जाना। सेवा का अर्थ दूजियां लई जीउणा। सेवा का अर्थ देखो असीं ये गिणिया है कि महाराज जी मैं इन्ने दिन जोड़े झाड़ांगा, आ चीज़ दे दिओ, ये तो साडी अपनी लोड़ है, चलो इस काम लई करदे हां ते माड़ी गल नहीं है। लेकिन सेवा इदों अगे है। सेवा का अर्थ जिवें सूरज है, जिवें धरती है, जिवें हवा है, बिना स्वार्थ तो देखो ना परोपकार कर रहे हैं, बिना स्वार्थ, इनू सेवा कहा जाता है। परमात्मा जिहड़ा है इस तरह का है, वो हर वेले प्रसन्न रहिंदा है, हर वेले वस्तुआं दे ही जांदा है, वो ते देंदा दे लैंदे थक पाए, जुगा जुगंतर खाई खाए, वो दातां दे ही जा रहे हैं। असीं देखो मंगना साडा एक सुभाव बन गया, सानू ये ख्याल है कि सानू रोटी नहीं सानू मिलनी ते असीं रब दे कोलों रोटियां ही मंगी चले जाने हैं, दुनिया के कारोबार मंगी जाने हैं। ये रोटियां ते दे ही जानियां परमात्मा ने, नहीं मंगांगे, जिहड़े नहीं मंगदे उन्हां नूं ही मिल ही रहीआं ने। आ कीड़े मकोड़े किहड़े मंगदे ने, मिल ही जांदियां, पत्थरां 'च भी रिजक मिल रिहा, सानू क्यों नहीं मिलेगा? दरअसल परमात्मा का सुभाव देना ही है, ये देण नूं ही सेवा कहा जाता है, दूजिआं दी जीउण नूं सेवा कहा जाता है। बस जदों असीं सेवा 'च जुट गए, भाव असीं प्रभु दे सुभाव वांगू मनुखता की सेवा नाल जुड़ गए, उदों परमात्मा प्रसन्न हो गया। परमात्मा प्रसन्न ही है हर वेले, असीं उहदी प्रसन्नता दे सन्मुख हो गए, प्रसन्नता दे पात्र बन गए। बस जदों सूरज दे सामने आए हनेरा दूर हो गया, जदों परमात्मा दे सन्मुख होए उहदी प्रसन्नता साडे ते पै गई, जमन मरण दे दुख दूर हो गए। साहब जी कहंदे संतन कै चरण लाग नानक गुण गाय। हे भाई सतपुरखां दे चरणां नाल जुड़ के परमात्मा दे गुण गा रहे हैं। सानू भी सतगुरु जी ने प्रेरणा की, राम 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 जाप रमत राम साई। बंदिया हर वेले राम प्रभु का सिमरन करिया कर, वाहिगुरु का सिमरन करिया कर। जदों उस वाहिगुरु जी नूं चेते करेंगा वो तेरा मददगार बनेगा। हुण भी वो साडे संग साथ है, पर हुण क्योंकि असीं माया बंद माते हैं, असीं होशियां गल्लां करदे हैं, सानूं परमात्मा नहीं नज़र आउंदा। हुण ते कोई काम बन जे कहंदे देखो हो गया ना, अपनी ताकत ना करा लिया, पैसे दे के करा लिया। हुण ये ख्याल है कि जदों वो परमात्मा दे प्यार जुड़ के फिर कहने वाहिगुरू जी की बख्शिश हो गई है, वही साडे काम करन वाला है। बस फिर इवें सानू मददगार नज़र आउंदा है, वो तो हमेशा ही साडे नाल है, कारज करदा ही वो है। सिर्फ ये दुख दलिद्र साडी जिंदगी च उदों ने जदों सियाणपां ने, चतराइयां ने, चलाकियां ने, जदों असीं रब ते दूर हाँ। गुरबाणी कहंदी वाहिगुरू जी नूं चेते करोगे हमेशा तुहाडे संग साथ है। ਉਹਦੇ ਪਿਆਰ 'ਚ ਜੁੜਨ ਦਾ ਜਾਂ ਉਹਨੂੰ ਹਰ ਵੇਲੇ ਚੇਤੇ ਕਰਨ ਦਾ ਤਰੀਕਾ ਹੈ ਸਤ ਸੰਗਤ। ਜਿਉਂ-ਜਿਉਂ ਸਤ ਸੰਗਤ ਨਾਲ ਜੁੜੋਗੇ, ਸਤ ਸੰਗਤ ਵਿੱਚ ਆ ਕੇ ਗੁਰੂ ਕੇ ਬਚਨਾਂ ਨਾਲ ਸੰਤਨ ਕੇ ਚਰਨ ਲਾਗ ਦਾ ਅਰਥ ਇਹ ਹੈ ਕਿ ਜੋ ਸਤਿਪੁਰਖਾਂ ਦੇ ਬਚਨ ਨੇ, ਉਪਦੇਸ਼ ਹੈ, ਉਹਦੇ ਵਿੱਚ ਆਪਣੀ ਸੁਰਤ ਨੂੰ ਜੋੜ ਲੈਣਾ। ਜਦੋਂ ਤੁਸੀਂ ਜੁੜੋਗੇ ਉਹਨਾਂ ਦੇ ਚਰਨਾਂ ਨਾਲ, ਜ਼ਿੰਦਗੀ 'ਚੋਂ ਆਪਣੇ ਆਪ ਔਗਣ ਮਿਟਣੇ ਸ਼ੁਰੂ ਹੋ ਜਾਣਗੇ। ਜਿਵੇਂ ਚਾਨਣ ਹੋਏ ਤੇ ਹਨੇਰਾ ਭੱਜ ਜਾਂਦਾ ਹੈ। ਜਿੱਥੇ परमात्मा ਦਾ ਪਿਆਰ ਆ ਜਾਏ, ਗੁਰਬਾਣੀ ਕੀ ਨਸ ਵੰਜੋ ਕਿਲ ਵਿਖੋ ਕਰਤਾ ਕਰ ਆਇਆ, ਦੂਤਾਂ ਦਹਿਨ ਪਿਆ ਗੋਬਿੰਦ ਪ੍ਰਗਟਾਇਆ। ਜਿੱਥੇ परमात्मा ਦਾ ਨਾਮ ਆ ਜਾਏ ਨਾ, ਉਥੋਂ ਇਹ ਦੂਤ, ਇਹ ਵਿਕਾਰ ਆਪਣੇ ਆਪ ਡਰਦੇ ਭੱਜ ਜਾਂਦੇ ਨੇ, ਔਗਣ ਆਪਣੇ ਆਪ ਦੂਰ ਹੋ ਜਾਂਦੇ ਨੇ। ਇਸ ਕਰਕੇ परमात्मा ਦੇ ਪਿਆਰ ਵਿੱਚ ਜੁੜਨ ਦੀ ਗੱਲ ਸਤਿਗੁਰੂ ਜੀ ਨੇ ਕਹੀ ਹੈ, ਤੇ ਉਹ ਜੁਗਤ ਇਹ ਦਰਸਾਈ ਹੈ ਕਿ ਸਤ ਸੰਗਤ ਦੇ ਰਾਹੀਂ उस वाहिगुरु जी के प्यार में जुड़िए।
ਜਦੋਂ ਸਤ ਸੰਗਤ ਨਾਲ ਅਸੀਂ ਮਨ ਕਰਕੇ ਜੁੜਦੇ ਹਾਂ ਤਿਉਂ ਸਾਡੇ ਅੰਦਰ ਪ੍ਰਗਾਸ ਹੁੰਦਾ, ਚਾਨਣ ਹੁੰਦਾ। ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸੁਖਮਨੀ ਸਾਹਿਬ ਜੀ ਵਿੱਚ ਬਚਨ ਕਿਹਾ ਕਿ ਜੇ ਕਿਤੇ ਸਾਡਾ ਮਨ ਸਤ ਸੰਗਤ ਨਾਲ ਜੁੜ ਜਾਏ ਨਾ, ਜਿਵੇਂ ਸਤਿਗੁਰੂ ਜੀ ਨੇ ਪ੍ਰੇਰਣਾ ਕੀਤੀ ਕਿ ਸੰਤਨ ਕਹਿ ਚਰਨ ਲਾਗ, ਸਤ ਸੰਗਤ ਵਿੱਚ ਆ ਕੇ ਗੁਰੂ ਕੇ ਬਚਨਾਂ ਨਾਲ ਜੁੜ ਜਾਏ ਸਾਡਾ ਮਨ, ਕਬਹੂ ਸਾਧ ਸੰਗਤ ਪਾਵੇ, ਉਸ ਸਥਾਨ ਤੇ ਬੌੜ ਨਾ ਆਵੇ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼। ਮਨੁੱਖ ਦੇ ਅੰਦਰ ਫਿਰ ਚਾਨਣ ਹੁੰਦਾ। ਗੁਰਬਾਣੀ ਮਨੁੱਖ ਦੇ ਅੰਦਰ ਚਾਨਣ ਕਰਦੀ, ਹਨੇਰੇ ਨੂੰ ਕੱਢਦੀ, ਅਗਿਆਨਤਾ ਨੂੰ ਕੱਢਦੀ ਹੈ, ਬੰਧਨਾਂ ਨੂੰ ਕੱਢਦੀ। ਮਨੁੱਖ ਅੰਦਰੋਂ ਸੁਤੰਤਰ ਹੁੰਦਾ। ਫਿਰ ਸਤਿਗੁਰੂ ਜੀ ਕਹਿੰਦੇ ਜਦੋਂ ਅੰਦਰੋਂ ਪ੍ਰਕਾਸ਼ਮਨ ਹੋ ਗਏ, ਸੁਤੰਤਰ ਹੋ ਗਏ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ। ਜਿਵੇਂ ਜੋਤ ਜੋਤ ਵਿੱਚ, ਪਾਣੀ ਪਾਣੀ ਵਿੱਚ ਸਮਾ ਜਾਂਦਾ ਹੈ, ਇਹ ਸਾਡੀ ਜੋਤ ਪਰਮਾਤਮਾ 'ਚ ਸਮਾ ਜਾਏਗੀ। ਫਿਰ ਸਾਡੀ ਜ਼ਿੰਦਗੀ 'ਚੋਂ ਭਟਕਣਾ, ਦੁੱਖ ਦਲਿੱਦਰ ਆਪਣੇ ਆਪ ਮਿਟ ਜਾਣਗੇ। ਸਭ ਪਾਸੇ ਸਾਨੂੰ ਪਰਮਾਤਮਾ ਹੀ ਨਜ਼ਰ ਆਏਗਾ। ਪਰ ਉਦੋਂ ਜਦੋਂ ਸਤ ਸੰਗਤ ਰਾਹੀਂ, ਗੁਰੂ ਕੇ ਬਚਨਾਂ ਰਾਹੀਂ ਹਰ ਵੇਲੇ ਪਰਮਾਤਮਾ ਦੀ ਸਿਫਤ ਸਲਾਹ ਨਾਲ ਜੁੜਾਂਗੇ। ਗੁਰਬਾਣੀ 'ਚ ਵਾਰ-ਵਾਰ ਵਾਹਿਗੁਰੂ ਜੀ ਦੇ ਗੁਣ ਗਾਉਣ ਦੀ ਪ੍ਰੇਰਣਾ ਕੀਤੀ ਹੈ। ਵਾਹਿਗੁਰੂ ਜੀ ਦੇ ਗੁਣ ਗਾਉਂਦਿਆਂ ਹੀ ਸਾਡੇ ਅੰਦਰ ਦੀ ਮੈਲ ਮਿਟਣੀ ਹੈ। ਵਾਹਿਗੁਰੂ ਜੀ ਦੇ ਗੁਣ ਗਾਉਂਦਿਆਂ ਸਾਡੇ ਅੰਦਰ ਪਰਮਾਤਮਾ ਦੇ ਨਾਮ ਦਾ ਪ੍ਰਗਾਸ ਹੋਣਾ ਹੈ। ਸਤਿਗੁਰੂ ਜੀ ਦੇ ਬਚਨ ਕੇ ਗੁਣ ਗਾਵ ਤੇਰੀ ਉਤਰ ਸਮੈਲ, ਬਿਨ ਜਾਏ ਹਉਮੈ ਬਿਖ ਫੈਲ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਏ ਸਮਾਏ। ਪਰਮਾਤਮਾ ਦਾ ਸਿਮਰਨ ਕੀਤਿਆਂ ਅੰਦਰੋਂ ਮੈਲ ਮਿਟਦੀ ਹੈ, ਪਰਮਾਤਮਾ ਦਾ ਨਾਮ ਸਾਡੇ ਹਿਰਦੇ ਵਿੱਚ ਸਮਾ ਜਾਂਦਾ ਹੈ। ਭਾਵ ਰੱਬੀ ਗੁਣ ਸਾਡੀ ਜ਼ਿੰਦਗੀ ਅੰਦਰ, ਸਾਡੇ ਸੰਸਕਾਰਾਂ ਅੰਦਰ ਆ ਜਾਂਦੇ ਨੇ। ਜਦੋਂ ਉਹ ਗੁਣ ਸਾਡੇ ਸੁਭਾਅ 'ਚ ਆ ਗਏ, ਅਸੀਂ ਸੁਤੰਤਰ, ਬੰਧਨਾਂ ਤੋਂ ਮੁਕਤ ਹੋ ਗਏ, ਫਿਰ ਸਾਡੇ ਅੰਦਰ ਵੀ ਬਾਹਰ ਵੀ ਪ੍ਰਕਾਸ਼ ਹੀ ਦਿਸੇਗਾ, ਪਰਮਾਤਮਾ ਦੇ ਦੀਦਾਰ ਹੋਣਗੇ। ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਨੈ ਕੋ ਬੈਰਾਈ, ਕੋਈ ਵੈਰੀ ਨਹੀਂ ਨਜ਼ਰ ਆਏਗਾ, ਕੋਈ ਬੇਗਾਨਾ ਨਹੀਂ ਨਜ਼ਰ ਆਏਗਾ, ਕਿਸੇ ਗੱਲ 'ਚੋਂ ਸਾਨੂੰ ਦੁੱਖ ਨਜ਼ਰ ਨਹੀਂ ਆਏਗਾ। ਫਿਰ ਤੇ ਇੱਕੋ ਇੱਕ ਗੱਲ ਨਜ਼ਰ ਆਏ ਕਿ ਜੋ ਤੁਧ ਭਾਵੈ ਸਾਈ ਭਲੀਕਾਰ। ਇਹ ਵਾਹਿਗੁਰੂ ਜੀਓ, ਜੋ ਤੁਹਾਨੂੰ ਚੰਗਾ ਲੱਗਦਾ ਨਾ ਉਹ ਵਧੀਆ ਹੀ ਹੋ ਰਿਹਾ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਇਹ ਪਾਵਨ ਬਚਨ ਸਾਰੰਗ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1230 ਤੇ ਅੰਕਿਤ ਨੇ, ਜਿਨ੍ਹਾਂ ਰਾਹੀਂ ਸਾਨੂੰ ਵਾਹਿਗੁਰੂ ਜੀ ਦੇ ਗੁਣ ਗਾਉਣ ਦੀ ਪ੍ਰੇਰਣਾ ਕੀਤੀ ਹੈ, ਗੁਣ ਗਾਉਣ ਦੀ ਜੁਗਤ ਦੱਸੀ ਹੈ ਕਿ ਸਤ ਸੰਗਤ ਨਾਲ ਸਾਂਝ ਪਾਈਏ, ਗੁਰੂ ਕੇ ਬਚਨਾਂ ਨਾਲ ਸਾਂਝ ਪਾਈਏ। ਜ਼ਿੰਦਗੀ 'ਚੋਂ ਦੁੱਖ ਦਲਿੱਦਰ, ਜੰਮਣ ਮਰਨ ਦੇ ਸਾਰੇ ਕਲ ਕਲੇਸ਼ ਮਿਲ ਜਾਣਗੇ। ਪਰਮਾਤਮਾ ਹਮੇਸ਼ਾ ਸਾਡਾ ਮਦਦਗਾਰ ਬਣੇਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਕਰੋ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨ ਦਿਓ। ਪਿਆਰ ਸੇ ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।